ਸਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜੜੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਚੌਂਕੜ ਮੁੱਲ ਅਣਾਇਆ, ਬਹਿ ਚੌਂਕਹਿ ਪਾਇਆ। ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥਿਆ। ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ 14 ਨੰਬਰ ਪੌੜੀ ਤੱਕ ਆਪਾਂ ਵਿਚਾਰ ਸਲੋਕਾਂ ਸਮੇਤ ਸਾਂਝੀ ਕਰ ਚੁੱਕੇ ਹਾਂ। ਅੱਜ ਆਪਾਂ 15 ਨੰਬਰ ਪੌੜੀ ਦੇ ਨਾਲ ਜੋ 4 ਸ਼ਲੋਕ ਆਏ ਨੇ, ਉਹਨਾਂ 4 ਸ਼ਲੋਕਾਂ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਪੌੜੀ ਦੀ ਵਿਚਾਰ ਆਪਾਂ ਕੱਲ੍ਹ ਸਾਂਝੀ ਕਰ ਚੁੱਕੇ ਹਾਂ। ਸਤਿਗੁਰੂ ਜੀ ਨੇ ਇਸ ਸ਼ਲੋਕ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਨੇ, ਜ਼ਿੰਦਗੀ ਜਿਉਣ ਦਾ ਮਨੁੱਖ ਨੂੰ ਜੋ ਸੁਚੱਜਾ ਗਿਆਨ ਪ੍ਰਦਾਨ ਕੀਤਾ ਹੈ, ਇਸ ਸ਼ਲੋਕ ਵਿੱਚ ਗੁਰਦੇਵ ਜੀ ਨੇ ਦਇਆ, ਸਤ, ਸੰਤੋਖ ਇਤਿਆਦਿਕ ਜਿਹੜੇ ਦੈਵੀ ਗੁਣ ਨੇ, ਜਿਨ੍ਹਾਂ ਨਾਲ ਮਨੁੱਖ ਦੀ ਜ਼ਿੰਦਗੀ ਖੂਬਸੂਰਤ ਬਣਦੀ ਹੈ। ਇੰਝ ਕਹਿ ਲਈਏ, ਜੇ ਇਨਸਾਨ ਦੀ ਜ਼ਿੰਦਗੀ 'ਚ ਗੁਣ ਨਾ ਹੋਣ ਤਾਂ ਮਨੁੱਖ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਹੈ। ਜਦੋਂ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਨੇ, ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ। ਇਹ ਗੁਣ ਹੀ ਨੇ ਜਿਹੜੇ ਮਨੁੱਖ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਨੇ। ਹਜ਼ੂਰ ਦਾ ਇਹ ਜੋ ਬਚਨ ਆਪਾਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਆਮ ਕਰਕੇ ਇਸ ਸ਼ਲੋਕ ਦੇ ਨਾਲ ਇੱਕ ਸਾਖੀ ਵੀ ਜੁੜੀ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਅਦਾ ਹੋਣੀ ਸੀ, ਤਾਂ ਉਹਨਾਂ ਦੇ ਪਿਤਾ ਜੀ ਨੇ ਬਹੁਤ ਵੱਡਾ ਇਕੱਠ ਕੀਤਾ। ਇਲਾਕੇ ਦੇ ਮੋਹਤਬਾਰ ਲੋਕ ਆਏ, ਜਿਨੀ ਉਹਨਾਂ ਦੀ ਜਾਣ ਪਛਾਣ ਸੀ। ਕਾਫੀ ਸਮਾਜ ਦੇ ਲੋਕ ਇਕੱਠੇ ਹੋਏ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਹੈ ਕਿ ਇਸ ਜਨੇਊ ਬਾਰੇ, ਪਰ ਮਹਾਰਾਜ ਜੀ ਅੰਦਰ ਵੜ ਕੇ ਆਪਣੇ ਪਿਤਾ ਨੂੰ ਇਹ ਗੱਲ ਕਹਿੰਦੇ ਨੇ, ਜੋ ਸੁਨੇਹਾ, ਜੋ ਮੈਸੇਜ ਮਹਾਰਾਜ ਦੇਣਾ ਚਾਹੁੰਦੇ ਨੇ, ਸ਼ਾਇਦ ਉਹ ਦੂਰ ਦੂਰ ਤੱਕ ਉਹ ਸੁਨੇਹਾ ਨਾ ਜਾ ਪਾਉਂਦਾ, ਜਿਹੜਾ ਬੜੇ ਇਕੱਠ ਵਿੱਚ ਗੁਰਦੇਵ ਜੀ ਨੇ ਪੰਡਿਤ ਹਰਦਿਆਲ ਦੇ ਉੱਤੇ ਸਵਾਲ ਕਰਕੇ ਦੁਨੀਆ ਤੱਕ ਉਹ ਮੈਸੇਜ ਦੇਣ ਦਾ ਯਤਨ ਕੀਤਾ ਹੈ। ਅਕਸਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮਹਾਰਾਜ ਨੇ ਜਨੇਊ ਨਹੀਂ ਪਾਇਆ। ਮਹਾਰਾਜ ਨੇ ਜਨੇਊ ਪਾਉਣ ਤੋਂ ਇਨਕਾਰ ਨਹੀਂ ਕੀਤਾ, ਕਿਹਾ ਜੇ ਆ ਜੋ ਮੈਂ ਤੈਨੂੰ ਜਨੇਊ ਦੱਸ ਰਿਹਾ, ਜੇ ਇਹ ਤੇਰੇ ਕੋਲ ਹੈਗਾ ਤੇ ਮੈਂ ਪਾਉਣ ਨੂੰ ਤਿਆਰ ਹਾਂ। ਉਹ ਕਿਹੜਾ ਜਨੇਊ ਸੀ ਜਿਹਦਾ ਜ਼ਿਕਰ ਗੁਰਦੇਵ ਪਿਤਾ ਮਹਾਰਾਜ ਨੇ ਸ਼ਲੋਕ ਵਿੱਚ ਕੀਤਾ ਹੈ? ਕਹਿੰਦੇ, ਮੈਨੂੰ ਕਪਾਹ ਦਾ ਬਣਿਆ ਜਨੇਊ ਨਹੀਂ ਚਾਹੀਦਾ, ਮੈਨੂੰ ਦਇਆ ਦਾ ਬਣਿਆ ਚਾਹੀਦਾ ਹੈ। ਉਹਨੂੰ ਵੱਟ ਕਿਹੜਾ ਚੜ੍ਹਿਆ ਹੋਵੇ, ਉਹਨੂੰ ਗੰਢਾਂ ਕਿਹੜੀਆਂ ਦਿੱਤੀਆਂ ਹੋਣ, ਮਹਾਰਾਜ ਆਪ ਦੱਸ ਰਹੇ ਨੇ। ਕਹਿੰਦੇ ਇੱਦਾਂ ਦਾ ਹੈਗਾ ਤੇ ਮੈਂ ਪਾਉਣ ਨੂੰ ਤਿਆਰ ਹਾਂ। ਸਾਧ ਸੰਗਤ ਜੀ, ਵਿਪਰ ਨੇ ਜਦੋਂ ਵਰਨ ਵੰਡ ਕੀਤੀ ਸੀ, ਧਿਆਨ ਨਾਲ ਸੁਣਿਓ ਗੱਲ ਨੂੰ, ਉਹਨੇ ਮਨੁੱਖਤਾ ਨੂੰ 4 ਹਿੱਸਿਆਂ 'ਚ ਵੰਡ ਦਿੱਤਾ। ਬ੍ਰਾਹਮਣ ਆਪ ਤਾਂ ਉੱਚਾ ਆਪਣੇ ਆਪ ਨੂੰ ਅਖਵਾਉਂਦਾ ਹੀ ਸੀ। ਉਹਨੇ ਜਿਹੜੇ ਬਾਕੀ ਰਹਿ ਗਏ ਸਨ ਖੱਤਰੀ, ਉਹਨਾਂ ਦਾ ਕੰਮ ਲੜਾਈ ਕਰਨੀ, ਜੰਗ ਕਰਨੀ। ਤੇ ਜੰਗ ਵੀ ਕਾਹਦੇ ਲਈ ਕਰਨੀ? ਜੋ ਬ੍ਰਾਹਮਣਾਂ ਨੂੰ ਖਤਰਾ ਹੈ ਸ਼ੂਦਰਾਂ ਤੋਂ, ਉਹਨਾਂ ਦੇ ਵਿਰੁੱਧ ਲੜਨਾ। ਜੇ ਕੋਈ ਸ਼ੂਦਰ
ਵਿਪਰਾਂ ਦੇ ਧਾਰਮਿਕ ਸ਼ਾਸਤਰਾਂ ਦੇ ਅਨੁਸਾਰ ਕੋਈ ਸਿਰ ਚੱਕਦਾ ਹੈ, ਉਹਨਾਂ ਦੀ ਮਰਿਆਦਾ ਨੂੰ ਨਹੀਂ ਮੰਨਦਾ ਤੇ ਸਿਰ ਕਲਮ ਕਰਨ ਦੀ ਵੀ ਇਜਾਜ਼ਤ ਸੀ। ਕੜੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਸੀ। ਤਾਂ ਸਤਿਗੁਰੂ ਮਹਾਰਾਜ ਨੇ ਬਹੁਤ ਸੋਹਣੇ ਤਰੀਕੇ ਨਾਲ ਇਸ ਕੁੰਡੀ ਨੂੰ ਖੋਲ੍ਹੇ। ਤੇ ਆਪ ਜੀ ਨੂੰ ਪਤਾ ਹੋਵੇ, ਜਿਹੜੇ ਆਪ ਥੋੜ੍ਹੀ ਬਹੁਤੀ ਸਟੱਡੀ ਕਰਦੇ ਜੇ, ਜਿਹੜੇ ਜਨੇਊ ਨੇ ਉਹ ਵੀ 3 ਸ਼੍ਰੇਣੀਆਂ ਪਾ ਸਕਦੀਆਂ ਨੇ, ਬ੍ਰਾਹਮਣ, ਖੱਤਰੀ ਤੇ ਵੈਸ਼। ਤੇ ਕਮਾਲ ਦੀ ਗੱਲ ਵੇਖੋ, ਤਿੰਨਾਂ ਦੇ ਜਨੇਊ ਵੀ ਵੱਖਰੇ ਵੱਖਰੇ। ਬ੍ਰਾਹਮਣ ਦਾ ਜਨੇਊ ਕਪਾਹ ਦਾ ਹੈ, ਜਿਹੜਾ ਖੱਤਰੀ ਹੈ ਉਹਦਾ ਜਨੇਊ ਸਣ ਦਾ ਹੈ, ਜਿਹੜਾ ਵੈਸ਼ ਹੈ ਉਹਦਾ ਜਨੇਊ ਮੀਢੇ ਦੀ ਭਾਵ ਭੇਡੂ ਦੀ ਉੱਨ ਦਾ ਹੈ। ਹੁਣ ਜੇ ਇਨਸਾਨ ਇੱਕੋ ਹੈ, ਉਹਨਾਂ ਦੇ ਜਨੇਊ ਵੱਖਰੇ ਵੱਖਰੇ। ਆਪਣੇ ਆਪ ਉਹਦੇ ਕਹਿਣ ਦਾ ਮੁਤਾਬਕ ਸੀ ਕਿ ਇਹ ਜਨੇਊ ਧਾਰਨ ਕਰਨ ਨਾਲ ਮਨੁੱਖ ਧਰਮੀ ਬਣਦਾ ਹੈ, ਪਰ ਤਿੰਨਾਂ ਦੇ ਜਨੇਊ ਅਲੱਗ-ਅਲੱਗ। ਵਿਪਰ ਦਾ ਜਨੇਊ ਕਪਾਹ ਦਾ, ਖੱਤਰੀ ਦਾ ਜਨੇਊ ਸਣ ਦਾ, ਜਿਹੜਾ ਵੈਸ਼ ਸੀ ਉਹਦਾ ਜਨੇਊ ਮੀਢੇ ਦੀ ਭਾਵ ਭੇਡੂ ਦੀ ਉੱਨ ਦਾ। ਹੁਣ ਤੁਸੀਂ ਕਹੋਗੇ ਸ਼ੂਦਰ ਦਾ ਨਾਂ ਕਿਉਂ ਨਹੀਂ ਲਿਆ? ਕਿਉਂਕਿ ਸ਼ੂਦਰ ਵਾਸਤੇ ਕੋਈ ਧਾਗਾ ਬਣਿਆ ਹੀ ਨਹੀਂ। ਉਹਨੂੰ ਇਹਨਾਂ ਮੁਤਾਬਕ ਉਹਨੂੰ ਕਿਸੇ ਧਰਮ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਨਹੀਂ, ਉਹ ਤਾਂ ਰਹੇਗਾ ਅਧਰਮੀ ਸਾਰੀ ਜ਼ਿੰਦਗੀ। ਤਾਂ ਹੀ ਤਾਂ ਭਗਤ ਕਬੀਰ ਜੀ ਵਰਗੇ ਯੋਧਿਆਂ ਨੇ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਕੀਤਾ ਸੀ ਕਿ ਜੇ ਤੇ ਜਨੇਊ ਪਾਉਣ ਨਾਲ ਹੀ ਤੂੰ ਧਰਮੀ ਬਣਦਾ ਹੈ, ਫਿਰ ਤਾਂ ਸਾਡੇ ਘਰ ਢੇਰ ਲੱਗੇ ਪਏ ਨੇ ਧਾਗਿਆਂ ਦੇ। ਕਿਉਂਕਿ ਹਮ ਕਰ ਸੂਤਣੇ ਨੇ ਤਾਨਾ ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜ੍ਹੋ ਗਾਇਤਰੀ ਗੋਬਿੰਦ ਹਿਰਦੇ ਹਮਾਰੇ। ਤੂੰ ਤਾਂ ਜ਼ੁਬਾਨ ਨਾਲ ਗਾਇਤਰੀ ਮੰਤਰ ਪੜ੍ਹਦਾ, ਸਾਡੇ ਤੇ ਅੰਦਰ ਗੋਬਿੰਦ, ਉਹ ਧਰਤੀ ਦਾ ਮਾਲਕ ਸਾਡੇ ਅੰਦਰ ਸਮਾਇਆ ਹੋਇਆ ਹੈ। ਤੇ ਕਮਾਲ ਦੀ ਗੱਲ ਵੇਖੋ, ਤਿੰਨਾਂ ਨੂੰ ਜਨੇਊ ਜਦੋਂ ਪਾਏ ਜਾਂਦੇ ਨੇ, ਉਹਨਾਂ ਦੀ ਜਿਹੜਾ ਉਮਰ ਪੀਰੀਅਡ ਹੈ ਉਹ ਵੀ ਵੱਖਰਾ ਵੱਖਰਾ। ਵਿਪਰ ਜਨਮ ਤੋਂ ਲੈ ਕੇ 8ਵੇਂ ਸਾਲ ਵਿੱਚ ਉਹਨੂੰ ਜਨੇਊ ਪਾਇਆ ਜਾਏਗਾ। ਜਦੋਂ 8 ਸਾਲਾਂ ਦਾ ਹੋਏਗਾ ਉਦੋਂ ਬ੍ਰਾਹਮਣ ਨੂੰ ਜਨੇਊ ਦੀ ਰਸਮ ਜਿਹੜੀ ਅਦਾ ਕੀਤੀ ਜਾਏਗੀ। ਜਿਹੜਾ ਖੱਤਰੀ ਹੈ ਉਹਨੂੰ 11 ਸਾਲ ਦੀ ਉਮਰ 'ਚ, ਜਨਮ ਤੋਂ ਲੈ ਕੇ 11 ਸਾਲ। ਜਿਹੜਾ ਵੈਸ਼ ਹੈ ਉਹਨੂੰ 12 ਸਾਲ, ਉਹਨੂੰ 12ਵੇਂ ਸਾਲ ਵਿੱਚ ਜਨੇਊ ਦੀ ਰਸਮ ਜਿਹੜੀ ਅਦਾ ਕੀਤੀ ਜਾਏਗੀ। ਤੇ ਤਿੰਨਾਂ ਨੂੰ ਜਨੇਊ ਪਾਉਣ ਦੀਆਂ ਰੁੱਤ ਵੀ ਅਲੱਗ-ਅਲੱਗ ਹੈ। ਜਿਹੜਾ ਬ੍ਰਾਹਮਣ ਹੈ ਉਹਨੂੰ ਜਨੇਊ ਪਾਉਣ ਦੀ ਰੁੱਤ ਹੈ ਬਸੰਤ। ਜਿਹੜਾ ਖੱਤਰੀ ਹੈ ਉਹਦੇ ਵਾਸਤੇ ਗਰਮੀ ਦੀ ਰੁੱਤ ਵਿੱਚ ਜਨੇਊ ਪਾਇਆ ਜਾਏਗਾ। ਤੇ ਸ਼ੂਦਰ ਜਿਹੜਾ ਵੈਸ਼ ਹੈ ਉਹਦੇ ਵਾਸਤੇ ਸਰਦੀ ਦੀ ਰੁੱਤ ਹੈ। ਹੁਣ ਤੁਸੀਂ ਵੇਖੋ, ਰੁੱਤ ਵੀ ਅਲੱਗ-ਅਲੱਗ, ਟਾਈਮ ਪੀਰੀਅਡ ਵੀ ਅਲੱਗ-ਅਲੱਗ, ਜਨੇਊ ਦੇ ਉਹਨਾਂ ਦੀ ਬਣਤਰ ਵੀ ਅਲੱਗ-ਅਲੱਗ। ਇੱਦਾਂ ਵਰਨ ਵੰਡ ਉਹਨੇ ਕੀਤੀ। ਵਿਪਰ ਬੜਾ ਚਲਾਕ ਸੀ, ਆਪ ਕਪਾਹ ਦਾ ਜਨੇਊ ਲੈ ਲਿਆ, ਆਪ ਰੁੱਤ ਵੀ ਉਹ ਲਈ ਬਸੰਤ, ਮਿੱਠੀ ਮਿੱਠੀ ਰੁੱਤ। ਬੜਾ ਤੇਜ਼ ਸੀ। ਇਹਨੇ ਤਿਉਹਾਰ ਵੀ ਇੱਦਾਂ ਹੀ ਵੰਡੇ ਸੀ। ਆਪ ਵਿਸਾਖੀ ਲੈ ਲਈ ਵੀ 4 ਮਣ ਦਾਣੇ ਹੋਣਗੇ, ਤੇ ਜੇ ਜਜਮਾਨ ਦੇ ਘਰ 4 ਮਣ ਦਾਣੇ ਹੋਣਗੇ ਤੇ ਮੇਰੇ ਘਰ ਵੀ ਆਉਣਗੇ। ਖੱਤਰੀ ਨੂੰ ਦੁਸ਼ਹਿਰਾ ਦੇ ਦਿੱਤਾ, ਵੈਸ਼ ਵਪਾਰੀ ਸੀ ਉਹਨੂੰ ਦੀਵਾਲੀ ਦੇ ਦਿੱਤੀ। ਸ਼ੂਦਰ ਦੇ ਹਿੱਸੇ ਘਟਾ ਮਿੱਟੀ ਪਾਉਣ ਵਾਲੀ ਹੋਲੀ ਰਹਿ ਗਈ। ਤਾਂ ਖੈਰ, ਇਹ ਕਿਤੇ ਵੱਖਰੇ ਦਿਨ ਆਪਾਂ ਇਸ ਪ੍ਰਕਰਨ 'ਤੇ, ਇਸ ਵਿਸ਼ੇ 'ਤੇ ਵਿਚਾਰਾਂ ਕਰਾਂਗੇ। ਅੱਜ ਤਾਂ ਸਿਰਫ ਆਪਾਂ ਇੰਨੀ ਗੱਲ ਕਰਨੀ ਹੈ ਵੀ ਫਰਕ ਵੇਖੋ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਜਨੇਊ ਵਾਲੀ ਰਸਮ ਅਦਾ ਹੋਣੀ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲਾ ਸਵਾਲ ਹੈ, ਕਹਿੰਦੇ ਵੀ ਇਹ ਧਾਗਾ ਪਾਉਣ ਨਾਲ ਹੁੰਦਾ ਕੀ ਹੈ? ਕਹਿੰਦੇ ਇਹ ਪਾਉਣ ਨਾਲ ਮਨੁੱਖ ਧਰਮੀ ਬਣਦਾ ਹੈ। ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਜੇ ਤੇ ਇਹ ਧਾਗਾ ਪਾਉਣ ਨਾਲ ਧਰਮੀ ਬਣਦਾ ਮਨੁੱਖ, ਫਿਰ ਮੈਂ ਆਪਣੀ ਮਾਂ ਦਾ ਦੁੱਧ ਪੀਤਾ ਹੈ, ਮੈਨੂੰ ਆਪਣੀ ਮਾਤਾ ਦੇ ਤਨ 'ਤੇ ਧਾਗਾ ਨਹੀਂ ਦਿਸਿਆ। ਕਿਉਂਕਿ ਜਿਹੜਾ ਜਨੇਊ ਹੈ, ਤੁਸੀਂ ਸ੍ਰੀ ਸਾਹਿਬ ਜਦੋਂ ਆਪਾਂ ਸੱਜੇ ਮੋਢੇ ਤੋਂ ਖੱਬੇ ਮੋਢੇ ਨੂੰ ਪਾਉਂਦੇ ਆ, ਜਿਹੜਾ ਜਨੇਊ ਹੈ ਉਹ ਖੱਬੇ ਮੋਢੇ ਤੋਂ ਸੱਜੀ ਵੱਖੀ ਵਾਲੇ ਬੰਨੇ ਆਉਂਦਾ ਹੈ। ਉਹ ਸਿਰਫ ਇੱਕ ਦਿਨ ਸੱਜੇ ਮੋਢੇ ਤੋਂ ਖੱਬੇ ਮੋਢੇ ਪਾਉਂਦੇ ਜਦੋਂ ਆਪਣੇ ਪਿਤਾ ਦੇ ਕਰਮ ਕਰਦੇ, ਜਦੋਂ ਉਹਨਾਂ ਦਾ ਕੋਈ ਪਿਤਾ ਚੜ੍ਹਾਈ ਕਰਦਾ ਹੈ, ਉਦੋਂ ਰਸਮਾਂ ਅਦਾ ਕਰਨ ਵਕਤ ਉਦੋਂ ਸੱਜੇ ਮੋਢੇ ਤੋਂ ਖੱਬੇ ਮੋਢੇ ਪਾਉਂਦੇ ਨੇ। ਵਾਸਤਵ ਵਿੱਚ ਖੱਬੇ ਮੋਢੇ ਤੋਂ ਸੱਜੇ ਮੋਢੇ ਸੱਜੀ ਵੱਖੀ ਵਾਲੇ ਬੰਨੇ ਜਾਂਦਾ ਹੈ ਜਨੇਊ। ਉਹਦੀ ਦਿਸ਼ਾ ਉਲਟੀ ਹੈ। ਇਹ ਵਿਪਰ ਦੇ ਆਪਣੇ ਆਪਣੇ ਟਕਵਾਂਜ ਬਣਾਏ ਹੋਏ ਸੀ। ਮਹਾਰਾਜ ਕਹਿੰਦੇ ਜੇ ਤੇ ਧਾਗਾ ਪਾਉਣ ਨਾਲ ਮਨੁੱਖ ਧਰਮੀ ਬਣਦਾ ਹੈ, ਤੇ ਫਿਰ ਐਂ ਕਰ, ਮੇਰੀ ਮਾਂ ਦੇ ਗਲ ਵਿੱਚ ਉਹ ਧਾਗਾ ਪਾ। ਮੈਂ ਆਪਣੀ ਮਾਂ ਦਾ ਦੁੱਧ ਪੀਤਾ, ਮੈਨੂੰ ਉਹਦੇ ਤਨ 'ਤੇ ਧਾਗਾ ਦਿਸਿਆ ਨਹੀਂ। ਮੇਰੀ ਮਾਂ ਦੇ ਕੋਲ, ਕਿਉਂਕਿ ਗੁਰੂ ਨਾਨਕ ਸਾਹਿਬ ਵਿਪਰ ਦੇ ਮੁਤਾਬਕ ਉਹਨਾਂ ਨੂੰ 11 ਸਾਲ ਦੀ ਆਰਜੂ ਵਿੱਚ ਇਹ ਧਾਗਾ ਪੈਣਾ ਹੈ। ਬ੍ਰਾਹਮਣ ਦੀ ਇਹ ਸ਼ਾਸਤਰਾਂ ਦੇ ਉਹਦੇ ਧਰਮ ਗ੍ਰੰਥਾਂ ਦੇ ਮੁਤਾਬਕ 11 ਸਾਲ ਦੀ ਆਰਜੂ ਦੇ ਵਿੱਚ ਉਹਨਾਂ ਨੂੰ ਇਹ ਧਾਗਾ ਜਿਹੜਾ ਪਾਇਆ ਜਾਣਾ ਹੈ। ਹੁਣ ਮਹਾਰਾਜ ਅੱਗੇ ਸਵਾਲ ਕਰਦੇ, ਕਹਿੰਦੇ ਵੀ ਮੈਂ ਆਪਣੀ ਮਾਂ ਦੇ
ਕਾਲੇ ਧਾਗਾ ਨਹੀਂ ਵੇਖਿਆ। ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ, ਉਹਦੇ ਕੋਲੇ ਧਾਗਾ ਹੈ ਨਹੀਂ, ਪਹਿਲਾਂ ਮੇਰੀ ਭੈਣ ਤੇ ਮਾਤਾ ਨੂੰ ਪਾ। ਮੇਰੀ ਭੈਣ ਵੀ ਵੱਡੀ ਹੈ, ਮਾਂ ਦਾ ਮੈਂ ਦੁੱਧ ਪੀਤਾ, ਉਹਦੇ ਕੋਲ ਧਾਗਾ ਹੈ ਨਹੀਂ। ਵਿਪਰ ਚੁੱਪ ਹੈ। ਹੁਣ ਕਿੱਦਾਂ ਦੱਸੇ ਵੀ ਔਰਤ ਵਾਸਤੇ ਧਾਗਾ ਬਣਿਆ ਹੀ ਨਹੀਂ। ਉਹ ਕਹਿੰਦਾ ਔਰਤ ਵਾਸਤੇ ਧਾਗਾ ਹੈ ਨਹੀਂ। ਇਹ ਮਾਰਾ ਕਿਤੇ ਹੱਦ ਹੋ ਗਈ। ਹੁਣੇ ਤੂੰ ਕਿਹਾ ਵੀ ਧਾਗਾ ਪਾਉਣ ਨਾਲ ਬੰਦਾ ਧਰਮੀ ਬਣਦਾ ਹੈ। ਜਿਹੜਾ ਧਾਗਾ ਨਹੀਂ ਪਾਏਗਾ, ਕੁਦਰਤੀ ਗੱਲ ਹੈ, ਉਹ ਅਧਰਮੀ ਰਹੇਗਾ। ਇਨਸਾਫ ਤਾਂ ਇਹੋ ਹੀ ਹੈ ਨਾ ਵੀ ਜਿਹਨੇ ਧਾਗਾ ਪਾਇਆ ਉਹ ਧਰਮੀ, ਜਿਹਨੇ ਨਹੀਂ ਪਾਇਆ ਉਹ ਅਧਰਮੀ। ਫਿਰ ਇਹਦਾ ਅਰਥ ਇਹ ਹੋਇਆ ਵੀ ਮੈਂ ਧਾਗਾ ਪਾਉਣ ਨਾਲ ਧਰਮ 'ਚ ਸ਼ਾਮਲ ਹੋ ਗਿਆ, ਮੇਰੀ ਮਾਂ ਸਾਰੀ ਜ਼ਿੰਦਗੀ ਅਧਰਮੀ ਰਹੇਗੀ। ਜੇ ਤੇਰੇ ਕਹਿਣ ਮੁਤਾਬਕ ਧਾਗੇ ਨਾਲ ਹੀ ਬੰਦਾ ਧਰਮੀ ਬਣਦਾ ਹੈ। ਮੈਂ ਆਪਣੀ ਮਾਂ ਦੀ ਕੁੱਖ ਤੋਂ ਜਨਮ ਲਿਆ, ਮੈਂ ਇਹ ਧਾਗਾ ਪਾਉਣ ਨਾਲ ਧਰਮ 'ਚ ਸ਼ਾਮਲ ਹੋ ਜਾਣਾ। ਮੇਰੀ ਮਾਂ ਜਿਹੜੀ ਹੈ ਉਹ ਧਾਗਾ ਨਾ ਪਾਉਣ ਕਰਕੇ ਸਾਰੀ ਜ਼ਿੰਦਗੀ ਵਿਚਾਰੀ ਅਧਰਮੀ ਰਹੇਗੀ ਦੁਨੀਆ 'ਤੇ, ਉਹਨੂੰ ਧਰਮ ਨਸੀਬ ਹੀ ਨਹੀਂ ਹੋਣਾ। ਹੇ ਵਿਪਰ, ਤੇਰੇ ਕਹਿਣ ਮੁਤਾਬਕ ਇਹ ਗਰੀਬ ਪਰਿਵਾਰ ਦਾ ਬੱਚਾ ਫੜ ਕੇ ਲੈ। ਹੁਣ ਇਹਦਾ ਅਰਥ ਮਹਾਰਾਜ ਨੂੰ ਪਤਾ ਹੈ, ਇਹ ਗਰੀਬ ਪਰਿਵਾਰ ਦਾ ਬੱਚਾ ਫੜ ਕੇ ਲੈ ਜਾਂਦਾ। ਕਹਿੰਦੇ ਇਹਨੂੰ ਪਾ ਦੇ, ਇਹ ਵੀ ਤਾਂ ਮੇਰੀ ਉਮਰ ਦਾ ਹੀ ਹੈ, ਇਹਦੇ ਗੱਲ 'ਚ ਹੈ ਨਹੀਂ। ਕਹਿੰਦੇ ਸ਼ੂਦਰ ਵਾਸਤੇ ਵੀ ਹੈ ਨਹੀਂ। ਮਹਾਰਾਜ ਕਹਿੰਦੇ ਹੱਦ ਹੋ ਗਈ, ਗਰੀਬ ਪਰਿਵਾਰਾਂ ਵਾਸਤੇ ਵੀ ਹੈ ਨਹੀਂ, ਮੇਰੀ ਮਾਂ ਤੇ ਮੇਰੀ ਭੈਣ ਵਾਸਤੇ ਵੀ ਹੈ ਨਹੀਂ। ਤੂੰ ਕਹਿੰਦਾ ਇਹ ਧਾਗਾ ਪਾਉਣ ਨਾਲ ਬੰਦਾ ਧਰਮੀ ਬਣਦਾ ਹੈ। ਕਹਿੰਦੇ ਫਿਰ ਇੰਝ ਕਰ, ਮੈਂ ਤੇਰੇ ਕੋਲੋਂ ਇਹੋ ਜਿਹਾ ਧਾਗਾ ਨਹੀਂ ਪਾਉਣਾ ਜਿਹੜੇ ਧਾਗੇ ਪਾਉਣ ਨਾਲ ਮੈਂ ਆਪਣੀ ਮਾਂ ਦੇ ਸਾਹਮਣੇ ਉੱਚਾ ਬਣ ਜਾਵਾਂ ਤੇ ਮੇਰੀ ਮਾਂ ਮੇਰੇ ਸਾਹਮਣੇ ਨੀਵੀਂ ਰਵੇ। ਮੈਂ ਉਹ ਧਾਗਾ ਨਹੀਂ ਪਾਉਣਾ ਜਿਹੜਾ ਧਾਗਾ ਪਾਉਣ ਨਾਲ ਮੈਂ ਆਪਣੀ ਭੈਣ ਤੋਂ 5 ਸਾਲ ਛੋਟਾ ਹੋਣ ਦੇ ਬਾਵਜੂਦ ਤੇਰੇ ਇਸ ਧਾਗੇ ਕਰਕੇ ਉੱਚਾ ਬਣ ਜਾਵਾਂ ਤੇ ਮੇਰੀ ਭੈਣ ਮੇਰੇ ਤੋਂ ਨੀਵੀਂ ਰਵੇ। ਭਾਗਾਂ ਵਾਲਿਓ, ਮੇਰੀਓ ਭੈਣੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਸ ਵਿਚਾਰਧਾਰਾ ਨੂੰ ਸਮਝਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ ਸਿਰ ਚੁੱਕਦਾ ਹੈ। ਇੱਕ ਬੰਨੇ ਦੂਜੇ ਮਜ਼ਹਬਾਂ ਦਾ ਜਿਹੜਾ ਗਿਆਨ ਹੈ ਔਰਤ ਵਾਸਤੇ ਨਹੀਂ। ਮੈਂ ਕੱਲ੍ਹ ਵੀ ਜਦੋਂ ਵਿਚਾਰ ਕਰਦੇ ਹਾਂ, ਇੱਕ ਸੰਗਤਾਂ ਸਾਹਮਣੇ ਵਿਚਾਰ ਰੱਖੇ ਸੀ ਕਿ ਸਾਡੇ ਸਮਾਜ ਦਾ ਦੁਖਾਂਤ ਵੇਖੋ ਕਿੱਡਾ ਵੱਡਾ ਹੈ ਕਿ ਜਿਹੜੀ ਔਰਤ ਦੀ ਕੁੱਖ ਤੋਂ ਰਾਜੇ ਮਹਾਰਾਜੇ ਜਨਮ ਲੈਂਦੇ ਨੇ, ਉਹਨੂੰ ਕਿਤੇ ਨਾ ਕਿਤੇ ਇੱਥੇ ਮਹਾਤਮਾ ਬੁੱਧ ਵਰਗੇ ਵੀ ਜਿਹੜੇ ਬਹੁਤ ਲੰਬੀ ਛਾਲ ਮਾਰਦੇ ਸੀ, ਉਹ ਵੀ ਆਪਣੇ ਭਿਕਸ਼ੂ ਨੂੰ ਇੱਕ ਗੱਲ ਕਹਿੰਦੇ ਸੀ, ਜਦੋਂ ਭਿਖਿਆ ਮੰਗਣ ਜਾਣਾ ਹੈ ਤੇ 5 ਫੁੱਟ ਤੋਂ ਵੱਧ ਤੁਸੀਂ ਆਪਣੀ ਨਿਗਾਹ ਤਾਂ ਨਹੀਂ ਚੱਕਣੀ। ਕਿਸੇ ਔਰਤ ਦੇ ਚਿਹਰੇ ਤੇ ਤੁਹਾਡਾ ਧਿਆਨ ਪੈ ਗਿਆ, ਤੁਹਾਡਾ ਈਮਾਨ ਡੁੱਲ ਸਕਦਾ ਹੈ, ਤੁਸੀਂ ਆਪਣੇ ਈਮਾਨ ਤੋਂ ਡੋਲ ਸਕਦੇ ਜੀ। ਇਹ ਆਪਣੇ ਭਿਕਸ਼ੂਆਂ ਨੂੰ ਕਹਿੰਦਾ ਸੀ। ਉਹ ਤਾਂ ਬਾਅਦ ਵਿੱਚ ਥਾਈਲੈਂਡ ਦੇ ਵਿੱਚ ਇਸੇ ਕਰਕੇ ਉਹ ਗ੍ਰਿਸ ਤੋਂ ਕਿਤੇ ਨਾ ਕਿਤੇ ਭਗੌੜੇ ਸੀ। ਉਹ ਤੇ ਥਾਈਲੈਂਡ ਵਿੱਚ ਬਾਅਦ ਵਿੱਚ ਭਿਕਸ਼ੂਆਂ ਨੂੰ ਸਰਕਾਰਾਂ ਨੇ ਸਕੰਜਾ ਕੱਸਿਆ ਤੇ ਉਹਨਾਂ ਨੂੰ ਵਿਆਹ ਕਰਾਉਣੇ ਪਏ। ਉਹਨਾਂ ਨੂੰ ਪ੍ਰੋਬਲਮ ਸੀ, ਜਿਵੇਂ ਔਰਤ ਨੂੰ ਜੋਗੀ ਲੋਕ ਬਘਿਆੜਨ ਕਹਿੰਦੇ ਸਨ। ਉਹਨਾਂ ਦੇ ਮੁਤਾਬਕ ਔਰਤ ਜਿਹੜੀ ਹੈ ਇਹ ਸੱਚ ਦੇ ਰਸਤੇ 'ਤੇ ਤੁਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇੱਥੇ ਵੱਡੇ ਵੱਡੇ ਧਾਰਮਿਕ ਆਗੂਆਂ ਨੇ ਵੀ ਔਰਤ ਨੂੰ ਮਾਫ ਕਰਨਾ, ਤੁਲਸੀ ਦਾਸ ਵਰਗਿਆਂ ਨੇ ਪਸ਼ੂਆਂ ਦੀ ਕਤਾਰ 'ਚ ਲਿਆ ਕੇ ਔਰਤ ਨੂੰ ਖੜਾ ਕਰ ਦਿੱਤਾ। ਉਹਨੇ ਕਿਹਾ ਢੋਰ ਹੋਵੇ, ਸ਼ੂਦਰ ਹੋਵੇ, ਪਸ਼ੂ ਹੋਵੇ, ਨਾਰੀ ਹੋਵੇ, ਇਹ ਸਭ ਤਾੜਨ ਕੇ ਅਧਿਕਾਰੀ ਕਹਿ ਦਿੱਤਾ ਉਹਨੇ। ਫਰਕ ਵੇਖੋ, ਜਿਸ ਵਕਤ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾ ਰਿਹਾ ਸੀ, ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਕਹਿੰਦੀ ਹੈ, ਇਸ ਜਗ ਮੇਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਉਹ ਔਰਤ ਨੂੰ ਮੰਦਾ ਕਹਿਣ ਵਾਲਿਓ, ਇਸ ਜਗਤ ਵਿੱਚ ਪੁਰਖ ਹੀ ਇੱਕ ਹੈ, ਆਪਾਂ ਸਾਰੇ ਉਹਦੀਆਂ ਜੀਵ ਇਸਤਰੀਆਂ ਹਾਂ। ਆਓ ਭੈਣੇ ਗਲ ਮਿਲੇ। ਆਪਣੇ ਆਪ ਨੂੰ ਜਦੋਂ ਬਾਣੀ ਵਿੱਚ ਜੀਵ ਇਸਤਰੀ ਦੇ ਰੂਪ 'ਚ ਪੇਸ਼ ਕੀਤਾ, ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਸੱਚ ਨੂੰ ਕੰਤ ਕਿਹਾ ਤੇ ਸੰਸਾਰ ਚਾਹੇ ਨਾਰ ਹੈ ਚਾਹੇ ਕੋ ਮਾਦਾ ਹੈ, ਉਹਨੂੰ ਇਸਤਰੀ ਦੇ ਰੂਪ 'ਚ ਪੇਸ਼ ਕੀਤਾ। ਅਸੀਂ ਸਾਡੇ ਕੋਲ ਤਾਂ ਐਡੇ ਕੀਮਤੀ ਹੀਰੇ ਜਵਾਹਰਾਤ ਮੋਤੀ ਸਨ, ਅਸੀਂ ਤਾਂ ਦੁਨੀਆ ਨੂੰ ਦੱਸਣਾ ਸੀ ਕਿ ਇਹਦੇ ਵਿੱਚ ਐਡਾ ਵੱਡਾ ਖਜ਼ਾਨਾ, ਪਰ ਅਸੀਂ ਤੇ ਅਜੇ ਤੱਕ ਆਪ ਹੀ ਚੰਗੀ ਤਰ੍ਹਾਂ ਨਹੀਂ ਸਮਝ ਪਾਏ। ਤੁਸੀਂ ਆਪਣੀ ਧੀ ਨੂੰ, ਆਪਣੇ ਪੁੱਤਰ ਨੂੰ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਇਸ ਫਿਲਾਸਫੀ ਬਾਰੇ ਜਾਣਕਾਰੀ ਦੇ ਦਿਓ। ਐਡੇ ਉੱਚੇ ਸੁੱਚੇ ਵਿਚਾਰ ਕਿੱਥੇ ਖਲੋਤਾ ਹੈ ਸਾਡਾ ਸਮਾਜ। ਮੈਨੂੰ ਅੱਜ ਵੀ ਯਾਦ ਹੈ 2002 ਦੀ ਗੱਲ ਹੈ, ਅਸੀਂ ਕਲਕੱਤੇ ਸਮਾਗਮ 'ਤੇ ਜਾ ਰਹੇ ਸੀ। ਲੁਧਿਆਣੇ ਵਿੱਚੋਂ ਅਸੀਂ ਟ੍ਰੇਨ 'ਤੇ ਬੈਠੇ, ਜਦੋਂ ਅਸੀਂ ਜਾ ਰਹੇ ਸੀ ਸ਼ਾਮਾਂ ਦਾ ਸਮਾਂ ਸੀ, ਸਾਡੇ ਨਾਲ ਇੱਕ ਰਾਗੀ ਜਥਾ ਸੀ, ਅਸੀਂ 4-5 ਜਾਣੇ ਸੀ, ਸ਼ਾਮ ਦਾ ਟਾਈਮ ਸੀ। ਸਾਡੇ ਸਾਰੇ ਵਿਦਿਆਰਥੀ ਰਲ ਕੇ ਅਸੀਂ ਸ਼ਾਮ ਨੂੰ ਸੋਦਰ ਦਾ ਪਾਠ ਕਰਨ ਲੱਗੇ। ਸਾਡੇ ਲਾਗੇ 2 ਬੈਂਕ ਮੁਲਾਜ਼ਮ ਸਨ, ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ। ਚਲੋ ਅਸੀਂ ਆਪਣਾ ਪਾਠ ਕਰਦੇ ਗਏ। ਉਹ ਜਦੋਂ ਅਸੀਂ ਪਾਠ ਕਰ ਰਹੇ ਸੀ, ਵਿਚਾਰਾਂ ਕਰ ਰਹੇ ਸੀ, ਉਹ ਸਾਈਡ 'ਤੇ ਬੈਠੇ ਸੁਣਦੇ ਰਹੇ। ਉਹ ਚੰਡੀਗੜ੍ਹ ਦੇ ਵਿੱਚ ਕਿਸੇ ਬੈਂਕ ਵਿੱਚ ਜੌਬ ਕਰਦੇ ਸਨ, ਰਹਿਣ ਵਾਲੇ ਕਲਕੱਤੇ ਦੇ ਸਨ।
ਜਦੋਂ ਅਸੀਂ ਪਾਠ ਦੀ ਸਮਾਪਤੀ ਹੋਈ, ਉਹ ਸਾਨੂੰ ਪੁੱਛਣ ਲੱਗ ਪਏ, ਇੱਦਾਂ ਗੱਲਾਂ ਕਰਦਿਆਂ ਕਰਦਿਆਂ ਕਹਿੰਦਾ ਵੇਖੋ ਜੀ ਸਾਰੇ ਧਰਮ ਇੱਕੋ ਜਿਹੇ ਨੇ। ਜਦੋਂ ਉਹਨੇ ਸਾਰੇ ਧਰਮ ਸ਼ਬਦ ਬੋਲਿਆ, ਵਿਚਾਰ ਚਰਚਾ ਸ਼ੁਰੂ ਹੋ ਗਈ। ਅਸੀਂ ਕਿਹਾ ਜੀ ਸਾਰੇ ਧਰਮ ਨਹੀਂ ਹੈ, ਧਰਮ ਦੁਨੀਆ ਤੇ ਇੱਕੋ ਹੀ ਹੈ। ਨਾਲੇ ਤੁਸੀਂ ਸਾਰੇ ਧਰਮ ਕਿਹਾ, ਹੁਣ ਮੇਰਾ ਤੁਹਾਡੇ ਤੇ ਸਵਾਲ ਹੈ, ਤੁਸੀਂ ਗਲ ਵਿੱਚ ਜਨੇਊ ਪਾਇਆ ਹੈ? ਉਹ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਕਹਿੰਦੇ ਹਾਂਜੀ ਪਾਇਆ ਹੈ। ਹੁਣ ਸਾਨੂੰ ਜਨੇਊ ਵਿਖਾਇਆ, ਕਹਿੰਦੇ ਆ ਵੇਖੋ ਜੀ ਖੱਬੇ ਮੋਢੇ ਤੋਂ ਸੱਜੀ ਵੱਖੀ ਵਾਲੇ ਬੰਨੇ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਤੁਹਾਡੇ ਘਰ ਵਿੱਚ ਤੁਹਾਡੀ ਇਸਤਰੀ, ਤੁਹਾਡੀ ਵਾਈਫ ਨੇ ਜਨੇਊ ਪਾਇਆ ਹੈ? ਕਹਿੰਦੇ ਨਹੀਂ। ਮੈਂ ਕਿਹਾ ਤੁਹਾਡੀ ਬੇਟੀ ਨੇ, ਤੁਹਾਡੇ ਬੇਟੇ ਨੇ? ਕਹਿੰਦੇ ਹਾਂਜੀ ਬੇਟੇ ਨੇ ਪਾਇਆ ਹੈ। ਮੈਂ ਕਿਹਾ ਦਾਦਾ ਜੀ ਨੇ, ਪਿਤਾ ਜੀ ਨੇ ਪਾਇਆ ਸੀ? ਮਾਂ ਨੇ ਪਾਇਆ? ਕਹਿੰਦੇ ਨਹੀਂ। ਮੈਂ ਕਿਹਾ ਕਿਉਂ? ਕਹਿੰਦੇ ਔਰਤ ਵਾਸਤੇ ਧਾਗਾ ਨਹੀਂ ਹੈ। ਮੈਂ ਕਿਹਾ ਹੁਣੇ ਤੁਸੀਂ ਕਹੇ ਹੋ ਸਾਰੇ ਧਰਮ ਇੱਕੋ ਜਿਹੇ ਨੇ। ਪਹਿਲੀ ਗੱਲ ਤੇ ਧਰਮ ਹੈ ਇੱਕੋ, ਇਨਸਾਨੀਅਤ। ਤਾਂ ਹੀ ਸਾਨੂੰ ਸਿੱਖ ਸ਼ਬਦ ਦਿੱਤਾ। ਅਸੀਂ ਉਹ ਇਨਸਾਨੀਅਤ ਵਾਲਾ ਗੁਣ ਜਿਹੜਾ ਸਾਨੂੰ ਗੁਰੂ ਨੇ ਸਿਖਾਇਆ ਸੀ, ਉਹ ਸਿੱਖਣ ਵਾਸਤੇ ਸਿੱਖ ਬਣੇ ਆ। ਸਿੱਖ ਦਾ ਅਰਥ ਹੀ ਸਟੂਡੈਂਟ ਹੁੰਦਾ ਹੈ, ਸਿੱਖਿਆਰਥੀ। ਤੇ ਅੱਗੇ ਉਹਦਾ ਅਗਲਾ ਸਵਾਲ ਸੀ ਉਹਦਾ ਸਾਨੂੰ, ਕਹਿੰਦਾ ਫਿਰ ਤੁਹਾਡੇ ਆਮ ਘਰਾਂ ਵਿੱਚ, ਤੁਹਾਡੇ ਪਰਿਵਾਰਾਂ 'ਚ ਵੀ ਸਾਰੇ ਪਾਉਂਦੇ ਨੇ? ਮੈਂ ਕਿਹਾ ਹਾਂਜੀ। ਜੇ ਅਸੀਂ ਸ੍ਰੀ ਸਾਹਿਬ ਪਾਈ ਹੈ, ਭੈਣ ਵੀ ਪਾ ਸਕਦੀ ਹੈ, ਮਾਤਾ ਵੀ ਪਾ ਸਕਦੀ ਹੈ, ਧੀਆਂ ਵੀ ਪਾ ਸਕਦੀਆਂ ਨੇ, ਪੁੱਤਰ ਵੀ ਪਾ ਸਕਦੇ ਨੇ, ਪਤਨੀ ਵੀ ਪਾ ਸਕਦੀ ਹੈ, ਪਤੀ ਵੀ ਪਾ ਸਕਦਾ ਹੈ, ਦਾਦਾ ਵੀ ਪਾ ਸਕਦਾ ਹੈ, ਦਾਦੀ ਵੀ ਪਾ ਸਕਦੀ ਹੈ। ਤੇ ਕਮਾਲ ਦੀ ਗੱਲ ਵੇਖੋ, ਇਸ ਸ੍ਰੀ ਸਾਹਿਬ ਨੂੰ ਪਵਾਉਣ ਵਕਤ ਜਦੋਂ ਖੰਡੇ ਦੀ ਪੌਲ ਤਿਆਰ ਹੁੰਦੀ ਹੈ, ਉਹਦੇ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਨੇ। ਤੁਸੀਂ ਪਾਉਣ ਦੀ ਗੱਲ ਕਰਦੇ ਹੋ, ਪਵਾਉਣ ਵਿੱਚ ਇਹ ਇੱਕ ਕਾਰ ਪਵਾਉਣ ਵਿੱਚ ਸ਼ਾਮਲ ਹੋ ਸਕਦੇ ਨੇ। ਉਹ ਬੈਂਕ ਵਿੱਚ ਹੁਣ ਪੜ੍ਹੇ ਲਿਖੇ ਸਨ, ਜੌਬ ਕਰਨ ਵਾਲੇ ਵਿਅਕਤੀ ਹੱਸ ਕੇ ਆਂਦੇ ਫਿਰ ਤੇ ਕਮਾਲ ਦੀ ਸੋਚ ਹੈ ਗੁਰੂ ਨਾਨਕ ਸਾਹਿਬ ਜੀ ਦੀ। ਤੁਸੀਂ ਇਹ ਵਿਚਾਰਾਂ ਦੁਨੀਆ ਨੂੰ ਕਿਉਂ ਨਹੀਂ ਦੱਸਦੇ? ਤੇ ਅਸੀਂ ਅੱਗਿਓਂ ਜਿੰਨੇ ਕਿਸਾਨਾਂ ਨੂੰ ਗਿਆਨ ਸੀ, ਅਸੀਂ ਕਿਉਂਕਿ ਇਹ 2003 ਦੀ ਗੱਲ ਦੱਸ ਰਹੇ ਹਾਂ, ਅੱਜ ਤੋਂ 17 ਸਾਲ ਪਹਿਲਾਂ, ਅਸੀਂ ਕਿਹਾ ਇਹੋ ਹੀ ਤੇ ਦੁਖਾਂਤ ਹੈ ਕਿ ਇਹ ਐਡਾ ਵੱਡਾ ਖਜ਼ਾਨਾ ਅਜੇ ਤੱਕ ਤੇ ਸਿੱਖ ਪਰਿਵਾਰਾਂ ਨੇ ਆਪਣੇ ਬੱਚਿਆਂ ਤੱਕ ਨਹੀਂ ਦੱਸਿਆ, ਆਪ ਨਹੀਂ ਸਮਝਿਆ, ਅਸੀਂ ਦੂਜਿਆਂ ਨੂੰ ਕਿੱਥੋਂ ਦੱਸਣਾ ਸੀ? ਅਸੀਂ ਤੇ ਇਹਦੀਆਂ ਪ੍ਰਭਾਤ ਫੇਰੀਆਂ ਕੱਢੀਆਂ ਨੇ, ਨਗਰ ਕੀਰਤਨ ਕੱਢੇ ਨੇ, ਲੰਗਰ ਲਾਏ ਨੇ, ਮੱਥੇ ਟੇਕੇ ਨੇ, ਪਰ ਅਸੀਂ ਗੁਰੂ ਪਾਤਸ਼ਾਹ ਦੀ ਇਸ ਵਿਚਾਰਧਾਰਾ ਨੂੰ ਨਹੀਂ ਸਮਝ ਪਾਏ। ਹੈ ਕੋਈ ਮੁਕਾਬਲਾ ਇਸ ਵਿਚਾਰਧਾਰਾ ਦਾ? ਪਰ ਗੱਲ ਫਿਰ ਉੱਥੇ ਆਣ ਕੇ ਡਿੱਗਦੀ ਹੈ ਵੀ ਸਾਡੀ ਹਾਲਤ ਉਹ ਹੈ, ਖਜ਼ਾਨੇ ਤੇ ਬੈਠ ਕੇ ਭੀਖ ਮੰਗ ਰਹੇ ਹਾਂ। ਖਜ਼ਾਨੇ ਦੇ ਉੱਪਰ ਜਿਹੜਾ ਐਡਾ ਵੱਡਾ ਗੁਣਾਂ ਦਾ ਖਜ਼ਾਨਾ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ। ਮਹਾਰਾਜ ਨੇ ਕਿਹਾ ਜੇ ਹੈਗਾ ਤੇ ਪਾ ਦੇ। ਮੈਂ ਜਨੇਊ ਪਵਾਉਣ ਤੋਂ ਇਨਕਾਰੀ ਨਹੀਂ ਹਾਂ, ਜਨੇਊ ਹੈ ਤੇ ਪਾ, ਪਰ ਮੇਰੀ ਇੱਕ ਸ਼ਰਤ ਹੈ, ਦੱਸਾਂਗਾ ਤੈਨੂੰ ਮੈਂ, ਜੇ ਤੇਰੇ ਕੋਲ ਇਹੋ ਜਿਹਾ ਮਟੀਰੀਅਲ ਹੈਗਾ ਤੇ ਮੈਨੂੰ ਦੇ ਦੇ। ਗੁਰਦੇਵ ਜੀ ਉੱਥੇ ਬਹੁਤ ਪਿਆਰਾ ਬਚਨ ਕਰਦੇ, ਕਹਿੰਦੇ ਦਇਆ ਕਪਾਹ। ਮੈਨੂੰ ਕਪਾਹ ਦਾ ਬਣਿਆ ਨਹੀਂ ਚਾਹੀਦਾ, ਮੈਨੂੰ ਦਇਆ ਦਾ ਬਣਿਆ ਚਾਹੀਦਾ। ਯਾਨੀ ਕਿ ਜਦ ਤੇਰੇ ਕੋਲ ਕਪਾਹ ਦੀ ਜਗ੍ਹਾ ਦਇਆ ਹੈ, ਦਇਆ ਕਪਾਹ, ਸੰਤੋਖ ਸੂਤ, ਸੂਤ ਨਹੀਂ ਚਾਹੀਦਾ, ਉਹਦੀ ਜਗ੍ਹਾ ਸੰਤੋਖ ਚਾਹੀਦਾ। ਜਤ ਗੰਢੀ, ਗੰਢਾਂ ਨਹੀਂ ਚਾਹੀਦੀਆਂ, ਜਤ ਚਾਹੀਦਾ। ਜਤ ਮੀਨਿੰਗ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਣਾ, ਬੁਰਿਆਂ ਖਿਆਲਾਂ ਤੋਂ ਰੱਖਣਾ। ਜਤੀ ਬਣਨ ਵਾਸਤੇ ਲੋਕ ਵਿਆਹ ਨਹੀਂ ਸੀ ਕਰਾਉਂਦੇ, ਬਿਹੰਗਮ ਰਹਿੰਦੇ ਸੀ। ਜਤੀ ਅਖਵਾਉਣ ਵਕਤ ਵਾਸਤੇ ਲੋਕ ਆਪਣੇ ਪਰਿਵਾਰ ਛੱਡ ਕੇ ਪਹਾੜਾਂ 'ਤੇ ਚਲੇ ਗਏ। ਜੋਗੀ ਲੋਕ, ਸਾਧ ਵੀ ਉਸੇ ਲੈਣ ਦੇ ਉੱਤੇ ਤੁਰਦੇ ਨੇ ਅੱਜ। ਜਿਹੜੇ ਸਾਧ ਆਪਣੇ ਪਰਿਵਾਰਾਂ ਨੂੰ ਛੱਡ ਕੇ, ਹੁਣ ਉਹਨਾਂ ਨੂੰ ਪਤਾ ਹੈ ਵੀ ਬਾਣੀ ਦੀ ਵਿਚਾਰ ਸੰਗਤ ਨੂੰ ਸਮਝ ਆਉਣ ਲੱਗ ਪਈ, ਤਾਂ ਕਹਿਣ ਲੱਗ ਪਏ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰਾਇਆ ਵਿਆਹ ਜੀ। ਮਰਜ਼ੀ ਨਾਲ ਨਹੀਂ ਬਾਬਾ ਜੀ, ਡੇਰੇ ਦੀ ਮਰਿਆਦਾ ਸੀ ਇਹ, ਕਿ ਜੇ ਡੇਰੇ ਦਾ ਪੈਰੋਕਾਰ ਬਣਨਾ ਹੈ ਤੇ ਕੰਡੀਸ਼ਨ ਪੂਰੀ ਕਰਨੀ ਪਵੇਗੀ। ਜੇ ਗ੍ਰਸਤੀ ਹੋ ਗਏ ਤੇ ਆਪਣੇ ਗ੍ਰਸਤ ਤੋਂ ਪਾਸੇ ਰਹਿਣਾ ਪਵੇਗਾ। ਇਹ ਡੇਰਿਆਂ ਦੀ ਮਰਿਆਦਾ ਹੈ। ਅਗਲੇ ਨੂੰ ਪਤਾ ਸੀ ਤੁਸੀਂ ਵੀ ਵਿਆਹ ਕਰਾ ਲਿਆ, ਆਮ ਗ੍ਰਸਤੀ ਨੇ ਪ੍ਰਭਾਵਿਤ ਨਹੀਂ ਹੋਣਾ। ਪਤਾ ਲੱਗੇ ਬਾਬਾ ਜੀ ਨੇ ਤਾਂ ਪੂਰਨ ਤੌਰ ਤੇ ਕੰਟਰੋਲ ਕੀਤਾ ਆਪਣੇ ਆਪ ਤੇ। ਬਾਬਾ ਜੀ ਬਿਹੰਗਮ ਨੇ, ਬਲਾਤਕਾਰਾਂ ਦੀਆਂ ਮੁੜ ਕੇ ਰਿਪੋਰਟਾਂ ਆਉਂਦੀਆਂ ਨੇ, ਮੁੜ ਕੇ ਘਟਨਾਵਾਂ ਵਾਪਰਦੀਆਂ ਨੇ, ਇਸੇ ਕਰਕੇ ਵਾਪਰਦੀਆਂ ਨੇ। ਜੇ ਹਜ਼ਾਰਾਂ ਦੀ ਤਾਦਾਦ ਵਿੱਚ ਪੰਜਾਬ 'ਚ ਡੇਰੇ ਨੇ, ਉਹ ਤੇ ਬਾਅਦ ਵਿੱਚ ਸਾਧ ਦੇ ਸ਼ਬਦ ਬੋਲਣ ਲੱਗ ਪਏ। ਆਪਣੀ ਮਰਜ਼ੀ ਨਾਲ ਵਿਆਹ ਨਹੀਂ ਜੀ ਬਾਬਿਆਂ ਨੇ ਕਰਾਇਆ, ਮਰਜ਼ੀ ਨਾਲ ਨਹੀਂ, ਮਰਿਆਦਾ ਸੀ ਡੇਰੇ ਦੀ। ਡੇਰੇ ਦਾ ਨਿਯਮ ਸੀ ਕਿ ਬਾਬਾ ਜੀ ਵਿਆਹ ਨਹੀਂ ਕਰਾਉਣਗੇ ਜੇ ਡੇਰੇ ਦਾ ਮੁਖੀ ਬਣਨਾ ਹੈ ਤੇ। ਤਾਂ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਸਾਧ ਸੰਗਤ, ਗੁਰਦੇਵ ਜੀ ਕਹਿੰਦੇ ਜਤ ਗੰਢੀ। ਹੁਣ ਜਤ ਕਿਸੇ ਜਤੀ ਸਦਾਵੇਂ, ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਰ। ਜਤੀ ਅਖਵਾਉਂਦਾ ਹੈ ਪਰ ਜੁਗਤੀ ਨਹੀਂ ਜਾਣਦਾ। ਛੱਡ ਬੈਠਾ ਘਰ ਬਾਰ, ਆਪਣਾ ਘਰ ਬਾਰ ਤਿਆਗ ਬੈਠਾ ਜਤੀ ਅਖਵਾਉਣ ਵਾਸਤੇ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸੱਤ ਵਟ। ਇਹ ਜਨੇਊ, ਆ ਜਿਹੜਾ ਜਨੇਊ ਮੈਂ ਦੱਸ ਰਿਹਾ, ਜੀ ਕਾ, ਇਹ ਮੰਨਦਾ ਹੈ, ਤੰਦਾ ਨਹੀਂ। ਆੜਾ ਹੁਣ ਫਰਕ ਇਹਨਾਂ,
हे विपर, ਜਿਹੜਾ ਤੂੰ ਦੱਸ ਰਿਹਾ ਤਾਨੇ ਪਾਉਣਾ ਹੈ, ਆ ਫਰਕ ਹੈ। ਜਿਹੜਾ ਮੈਂ ਦੱਸ ਰਿਹਾ ਇਹ ਮਾਨੇ ਪਾਉਣਾ ਹੈ। ਇਹ ਜਨੇਊ ਜੀ ਕਾ, ਕਿਉਂਕਿ ਪੁਆੜੇ ਦੀ ਜੜ ਜੀ ਹੈ। ਇਹ ਮਨ ਲੈ ਕੇ ਜਾਂਦਾ ਹੈ ਤਨ ਨੂੰ ਗਲਤ ਜਗ੍ਹਾ ਤੇ। ਮਨ ਤਨ ਦੀ ਕੀ ਹਿੰਮਤ ਹੈ ਕਦਮ ਵੀ ਪੁੱਟ ਸਕੇ ਮਨ ਦੀ ਇਜਾਜ਼ਤ ਤੋਂ ਬਿਨਾਂ। ਇਹ ਜਨੇਊ ਜੀ ਕਾ, ਜੀ ਦਾ ਮਨ ਦਾ ਹੈ ਹੀ ਹੈਗਾ। ਜਿਹੜੇ ਕਹਿੰਦੇ ਮਹਾਰਾਜ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਪਾਉਣ ਤੋਂ ਇਨਕਾਰ ਨਹੀਂ ਕੀਤਾ, ਪਵਾਉਣ ਤੋਂ ਇਨਕਾਰ ਨਹੀਂ ਕੀਤਾ। ਕਿਹਾ ਪਾ ਦੇ, ਆ ਹੈਗਾ ਤੇ ਪਾ ਦੇ। ਜਿਵੇਂ ਕੋਈ ਮੰਨ ਲਓ ਕਿਸੇ ਦੁਕਾਨ ਤੇ ਜਾਂਦਾ ਹੈ, ਮਹਾਰਾਜ ਕਹਿੰਦੇ ਮੈਂ ਸਮਾਨ ਲੈਣ ਆਇਆ ਪਰ ਆ ਹੈਗਾ ਤੇ ਦੇ। ਮੈਂ ਇਹ ਥੋੜ੍ਹਾ ਕਹਿਣਾ ਤੈਨੂੰ ਵੀ ਮੈਂ ਸਮਾਨ ਲੈਣ ਨਹੀਂ ਆਇਆ। ਹੁਣ ਮੰਨ ਲਓ ਕਸਟਮਰ ਕਿਸੇ ਦੁਕਾਨ ਤੇ ਜਾਂਦਾ ਹੈ, ਉਹ ਕਹਿੰਦਾ ਮੈਂ ਵੇਖੋ ਆਹ ਆਈਟਮਾਂ ਤੁਹਾਨੂੰ ਦੱਸਦੀਆਂ ਹੈਗੀਆਂ, ਦੇ ਦਿਓ ਮੈਨੂੰ। ਮੈਂ ਇਹ ਥੋੜ੍ਹਾ ਕਹਿੰਦਾ ਮੈਂ ਤੁਹਾਡੇ ਕੋਲ ਲੈਣ ਨਹੀਂ ਆਇਆ, ਮੈਂ ਤਾਂ ਲੈਣ ਆਇਆ ਵਾਂ, ਮੈਂ ਤਾਂ ਗਾਹਕ ਵਾਂ, ਜੇ ਹੈਗਾ ਤੇ ਦੇ ਦਿਓ ਮੈਨੂੰ। ਜੇ ਸਮਾਨ ਹੈ ਤੇ ਇੱਦਾਂ ਹੀ ਮਹਾਰਾਜ ਕਹਿੰਦੇ ਮੈਂ ਤੇਰੇ ਕੋਲ ਆਇਆ ਵਾਂ, ਹੈਗਾ ਤੇ ਸਮਾਨ ਦੇ। ਉਹਦੇ ਹੱਥ ਖੜੇ ਨੇ। ਉਹ ਕਹਿੰਦਾ ਬਾਬਾ ਇਹ ਮਨ ਵਾਲਾ ਜਨੇਊ ਮੇਰੇ ਕੋਲ ਨਹੀਂ ਹੈ। ਇਹ ਜਨੇਊ ਜੀ ਕਾ ਹਈ ਹੈਗਾ ਤਾਂ ਪਾਂਡੇ ਘੱਤ, ਹੈਗਾ ਤਾਂ ਪਾਂਡੇ ਪਾ ਦੇ। ਮੈਂ ਪਾਉਣ ਨੂੰ ਤਿਆਰ ਹਾਂ ਆਪਣੇ ਗੱਲ ਦੇ ਵਿੱਚ। ਹੁਣ ਕਿੰਨੇ ਪਿਆਰੇ ਸ਼ਬਦ ਵਰਤੇ ਨੇ। ਹੁਣ ਮਾਫ ਕਰਨਾ, ਹੁਣ ਇੱਥੇ ਜਿਹੜਾ ਸ਼ਬਦ ਵਰਤਿਆ ਬਾ ਕਮਾਲ ਹੈ। ਗੁਰਦੇਵ ਜੀ ਕਹਿੰਦੇ ਨੇ ਨਾ ਇਹ ਟੁੱਟਾ। ਕਿਹੜਾ? ਦਇਆ ਵਾਲਾ, ਸੰਤੋਖ ਵਾਲਾ, ਜੱਤ ਵਾਲਾ, ਸੱਤ ਵਾਲਾ, ਨਾ ਇਹ ਟੁੱਟੇ। ਕਹਿ ਲਗੇ ਜੱਤ ਗੰਢੀ, ਜੱਤ ਦੀਆਂ ਗੰਢਾਂ, ਗੰਢਾਂ ਨਾ ਦਿੱਤੀਆਂ ਹੁਣ ਅੰਦਰ ਜੱਤ ਹੋਵੇ, ਸੱਤ ਵੱਟ, ਉਹਨੂੰ ਵੱਟ ਨਾ ਚਾੜਿਆ ਹੋਵੇ। ਸੱਤ ਮੀਨਿੰਗ ਕਰੈਕਟਰ, ਆਚਰਣ। ਅੱਜ ਕਿਰਦਾਰ ਨੀਵਾਂ ਹੋ ਗਿਆ, ਅੱਜ ਆਚਰਣ ਨੀਵਾਂ ਹੋ ਗਿਆ। ਅੱਜ ਕਿਰਦਾਰ ਇਹਨਾਂ ਸੱਚੋਂ ਉਰੇ ਸਭ ਕੋ ਉੱਪਰ ਸੱਚ। ਆਚਾਰ, ਆਚਾਰ ਸੱਚ ਤੋਂ ਵੀ ਉੱਚੇ ਹੈ। ਸੱਚ ਤੋਂ ਵੀ ਉੱਚਾ ਮਨੁੱਖ ਦਾ ਆਚਾਰ ਹੈ, ਕਰੈਕਟਰ ਹੈ, ਕਿਰਦਾਰ ਹੈ। ਇਹ ਵੱਟ ਹੈ। ਇਹ ਜਨੇਊ ਜੀ ਕਾ, ਇਹ ਜਨੇਊ ਜੀ ਦਾ ਹੈ, ਹਈ ਹੈਗਾ ਤਾਂ ਪਾਂਡੇ ਘੱਤ। ਹੇ ਪੰਡਤ ਜੀ ਪਾ ਦੇ, ਨਾ ਇਹ ਟੁੱਟਾ। ਅੜਾ ਤੂੰ ਦੱਸਣਾ ਇਹ ਟੁੱਟ ਵੀ ਜਾਣਾ ਹੈ, ਇਹਨੂੰ ਮੈਲ ਵੀ ਲੱਗਣੀ ਹੈ। ਨਾ ਇਹ ਟੁੱਟੇ, ਨਾ ਇਹ ਟੁੱਟੇਗਾ, ਨਾ ਮਲ ਲੱਗੇ, ਨਾ ਇਹਨੂੰ ਮੈਲ ਲੱਗਣੀ ਹੈ, ਨਾ ਇਹ ਜਲੇ, ਨਾ ਇਹਨੇ ਅੱਗ ਵਿੱਚ ਸੜਨਾ ਹੈ, ਨਾ ਇਹ ਜਲੇ, ਨਾ ਜਾਏ ਤੇ ਨਾ ਇਹ ਬੰਦੇ ਤੋਂ ਪਰਾਂ ਹੋਏਗਾ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਧਨ ਨੇ ਉਹ ਮਨੁੱਖ ਜਿਹੜੇ ਇਸ ਧਾਗੇ ਨੂੰ ਆਪਣੇ ਗਲ ਪਾਉਂਦੇ ਨੇ। ਕਿਹੜੇ ਧਾਗੇ ਨੂੰ? ਦਇਆ ਨੂੰ, ਸੰਤੋਖ ਨੂੰ, ਜਤ ਨੂੰ, ਸਤ ਨੂੰ। ਇਹ ਗੁਣ ਨੇ। ਹੁਣ ਥੋੜ੍ਹਾ ਜਿਹਾ ਆਪਣੇ ਵੱਲ ਆ ਜਾਈਏ। ਜੇ ਕੱਲ੍ਹ ਨੂੰ ਕੋਈ ਸਵਾਲ ਕਰ ਦੇਵੇ ਤੁਹਾਡੇ ਗਲ ਪਾਇਆ ਸ੍ਰੀ ਸਾਹਿਬ ਤੁਹਾਡੇ ਨਾਲ ਜਾਣਾ? ਨਹੀਂ ਜਾਣਾ। ਤੁਹਾਡੇ ਗੁੱਟ 'ਚ ਪਾਇਆ ਕੜਾ ਤੁਹਾਡੇ ਨਾਲ ਜਾਣਾ ਹੈ? ਨਹੀਂ ਜਾਣਾ। ਯਾਨੀ ਕਿ ਜਾਣ ਦਾ ਭਾਵ ਜਾਣਾ ਤੇ ਕੋਈ ਵੀ ਨਹੀਂ, ਇੱਥੇ ਸਰੀਰ ਨਾਲ ਨਹੀਂ ਜਾਣਾ। ਮਰਨ ਤੋਂ ਬਾਅਦ ਦੀ ਗੱਲ ਨਹੀਂ ਹੋ ਰਹੀ ਕਿ ਇਹ ਜਿਹੜੀਆਂ ਚੀਜ਼ਾਂ ਨੂੰ ਇੱਥੇ ਗੁਰਦੇਵ ਜੀ ਨਾ ਇਹ ਟੁੱਟਾ, ਇਹ ਧਾਗਾ ਟੁੱਟੇਗਾ ਨਹੀਂ। ਯਾਨੀ ਕਿ ਇਹਦਾ ਮਤਲਬ ਜਿਹੜਾ ਤੂੰ ਪਾਉਣਾ ਹੈ ਟੁੱਟ ਜਾਣਾ ਹੈ। ਤੇ ਜੇ ਅਗਲੇ ਸਵਾਲ ਕਰ ਦੇਣ ਤੁਹਾਡਾ ਵੀ ਤਾਂ ਸ੍ਰੀ ਸਾਹਿਬ ਟੁੱਟਣਾ ਹੀ ਹੈ। ਸ੍ਰੀ ਸਾਹਿਬ ਵੀ ਬਦਲਣੇ ਪੈਂਦੇ, ਗਾਤਰੇ ਬਦਲਣੇ ਪੈਂਦੇ ਨੇ, ਕੇਸ ਧੋਣੇ ਪੈਂਦੇ ਨੇ, ਮੈਲ ਲੱਗਦੀ ਹੈ, ਕਛਹਿਰੇ ਨਵੇਂ ਲਿਆਉਣੇ ਪੈਂਦੇ ਨੇ, ਕੜੇ ਨਵੇਂ ਲਿਆਉਣੇ ਪੈਂਦੇ ਨੇ, ਬਦਲਣੇ ਪੈਂਦੇ ਨੇ। ਇਹਦਾ ਮਤਲਬ ਕੀ ਹੈ? ਧਿਆਨ ਨਾਲ ਸੁਣਿਓ। ਕਿਤੇ ਐਸਾ ਤਾਂ ਨਹੀਂ ਇਹ ਇਕੱਲੇ ਗੁਣ ਬ੍ਰਾਹਮਣ ਨੂੰ ਹੀ ਨਹੀਂ ਕਹਿ ਰਹੇ ਧਾਰਨ ਕਰਨ ਵਾਸਤੇ। ਇਹ ਗੱਲ ਸਿੱਖਾ ਤੇਰੇ ਤੇ ਵੀ ਉਨੀ ਟੁੱਕਦੀ ਹੈ। ਤੈਨੂੰ ਵੀ ਉਹ ਗੁਣ ਧਾਰਨ ਲਈ ਕਹਿ ਰਹੇ ਨੇ। ਆਪਣੇ ਅੰਦਰ ਵੀ ਤੇਰੇ ਅੰਦਰ ਦਇਆ। ਹੁਣ ਤੂੰ ਕਵੇਂ ਮੈਨੂੰ 40 ਸਾਲ ਹੋ ਗਏ ਅਮਰ ਛਕੇ ਨੂੰ, ਤੇਰੇ ਅੰਦਰ ਦਇਆ ਹੈ? ਦਇਆ ਕਪਾ, ਅੱਜ ਦਇਆ ਹੈ? ਸ੍ਰੀ ਸਾਹਿਬ ਉੱਤੋਂ ਦੀ ਪਾਈ ਹੈ। ਇੱਕ ਕੁੜਮ ਨੂੰ ਕੁੜਮ ਵੱਲ ਵੇਖ ਕੇ ਦਇਆ ਆ ਰਹੀ ਹੈ? ਇਹ ਤਰਸ ਆ ਰਿਹਾ? ਆਪਣੇ ਆਪ ਨੂੰ ਲੜਕੀ ਦੇ ਬਾਪ ਵਾਲੀ ਜਗ੍ਹਾ ਤੇ ਖੜਾ ਕਰਕੇ ਵੇਖ ਇੱਕ ਵਾਰ। ਉਹ ਕਿੱਦਾਂ ਆਪਣੇ ਜਿਗਰ ਦੇ ਟੋਟੇ ਨੂੰ ਤੋੜ ਰਿਹਾ ਹੈ। ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾ ਰਿਹਾ। ਇੰਨਾ ਸਮਾਨ ਦਿਓਗੇ ਤੇ ਫੇਰ ਲੈ ਕੇ ਜਾਣਾ। ਬਹੁਤ ਥਾਵਾਂ ਤੇ ਲੜਕੀ ਪਰਿਵਾਰ ਵਾਲੇ ਲੜਕੇ ਪਰਿਵਾਰ ਵਾਲੇ ਤੇ ਤਸ਼ੱਦਦ ਕਰਦੇ ਆ, ਕਿਉਂਕਿ ਇੱਕ ਥਾਵਾਂ ਤੇ ਘਟਨਾਵਾਂ ਨਹੀਂ ਵਾਪਰੀਆਂ। ਤਰਸ, ਦਇਆ, ਸਾਡੀ ਦਇਆ ਤਰਸ ਤਾਂ ਮਾਫ ਕਰਨਾ ਕੁੱਤਿਆਂ ਤੇ ਰਹਿ ਗਈ। ਕਈ ਮੈਂ ਐਸੇ ਬੰਦੇ ਵੇਖੇ ਕੁੱਤਿਆਂ ਨੂੰ ਤੇ ਜੱਫੀਆਂ ਪਾਉਂਦੇ, ਕੁੱਤਿਆਂ ਨਾਲ ਤੇ ਪਿਆਰ ਕਰਦੇ ਨੇ ਤੇ ਇਨਸਾਨਾਂ ਨਾਲ ਨਫ਼ਰਤ ਕਰਦੇ ਆ। ਕਈ ਸਾਧ ਕੁੱਤਿਆਂ ਨਾਲ ਤੇ ਜੱਫੀਆਂ ਪਾਉਂਦੇ ਨੇ ਤੇ ਇਨਸਾਨਾਂ ਤੋਂ ਨਫ਼ਰਤ ਕਰਦੇ ਨੇ। ਇਹ ਭਾਰਤ ਦੇਸ਼ ਹੈ ਜਿੱਥੇ ਕੁੱਤਾ ਖੂਹ ਤੋਂ ਪਾਣੀ ਪੀ ਜਾਂਦਾ ਸੀ ਤੇ ਕੁੱਤੇ ਖੂਹ ਦਾ ਪਾਣੀ ਫੇਰ ਵੀ ਪਵਿੱਤਰ ਸੀ, ਪਰ ਜੇ ਕੋਈ ਸ਼ੂਦਰ ਦਲਿਤ ਖੂਹ ਦੇ ਉੱਤੇ ਚੜ੍ਹ ਜਾਂਦਾ ਸੀ, ਕਹਿੰਦੇ ਖੂਹ ਦਾ ਪਾਣੀ ਪਿੱਟਿਆ ਗਿਆ। ਕੋਈ ਕੁੱਤਾ ਕਿਸੇ ਧਾਰਮਿਕ ਸਥਾਨ ਤੇ ਅੰਦਰ ਵੜ ਜਾਂਦਾ ਸੀ, ਕੋਈ ਫਰਕ ਨਹੀਂ ਸੀ ਪੈਂਦਾ, ਪਰ ਕਿਸੇ ਦਲਿਤ ਦਾ ਹੱਥ ਲੱਗ ਜਾਣਾ, ਕਹਿੰਦੇ ਹੁਣ ਧਾਰਮਿਕ ਸਥਾਨ ਅਪਵਿੱਤਰ ਹੋ ਗਏ। ਯਾਨੀ ਕਿ
ਸਾਡੀ ਦਇਆ ਕਿੱਥੇ ਆਣ ਖਲੋਤੀ। ਗਊਆਂ ਮਗਰ ਪੇੜਾ ਚੱਕੀ ਫਿਰਦਾ, ਜਨਮ ਦੇਣ ਵਾਲੀ ਮਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਰਿਹਾ। ਕੁੱਤਿਆਂ ਮਗਰ ਬ੍ਰੈਡ ਲੈ ਕੇ ਤੁਰਿਆ ਫਿਰਦਾ, ਦੁੱਧ ਪਿਆਉਂਦਾ ਫਿਰਦਾ, ਗਊਆਂ ਨੂੰ ਮੁੱਲ ਲੈ ਕੇ ਪੱਠੇ ਪਾਉਂਦਾ ਫਿਰਦਾ। ਕਈ ਗਊਸ਼ਾਲਾ ਜਾਣਗੇ ਪੱਠੇ ਪਾਉਣ, ਮੈਂ ਨਹੀਂ ਕਹਿੰਦਾ ਜਾਓ, ਜਮ ਜਾਓ, ਜਿਹੜੇ ਉਹਨੂੰ ਮਾਂ ਕਹਿੰਦੇ 1000 ਵਾਰ ਜਾਓ, ਪਰ ਜਨਮ ਦੇਣ ਵਾਲੀ ਮਾਂ ਨੂੰ ਕਿੱਥੇ ਗਈ ਦਇਆ। ਮੈਂ ਸ੍ਰੀ ਸਾਹਿਬ ਪਾਇਆ ਜੀ, ਮੈਂ ਤੇ ਖੰਡੇ ਦੀ ਪਹੁਲ ਲਈ ਹੋਈ ਹੈ। ਮਾਫ ਕਰਨਾ, ਕਿੱਡਾ ਚੰਗਾ ਹੋਵੇ ਜੇ ਕਕਾਰ ਪਾਏ ਤੇ ਆ ਗੁਣ ਵੀ ਨਾਲ ਹੋਣ। ਕਕਾਰ ਪਾਏ ਹੋਣ, ਤੂੰ ਸੋਹਣੇ ਸਭ ਸੂਰਤ ਹੋਵੇਂ, ਜੇ ਤੇਰੇ ਗੁੱਟ ਤੇ ਕੜਾ ਹੋਵੇ ਸੋਹਣੇ, ਤੂੰ ਜੇ ਤੂੰ ਵਾਕਿਆ, ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਖੰਡੇ ਦੀ ਪੌਲ ਤਾਨੇ ਛਕਣੀ ਹੈ, ਆ ਗੁਣਾਂ ਦਾ ਜਿਹੜਾ ਅੰਮ੍ਰਿਤ ਹੈ ਇਹ ਮਾਨੇ ਛਕਣਾ ਹੈ। ਜਿਵੇਂ ਅੱਜ ਜਨੇਊ ਦੀ ਗੱਲ ਹੈ, ਦਇਆ ਕਪਾ, ਇਹ ਮਨ ਦਾ ਇਹ ਚੀਜ਼ਾਂ ਮਨ ਨੂੰ ਚਾਹੀਦੀਆਂ ਨੇ। ਇੱਦਾਂ ਹੀ ਮਹਾਰਾਜ ਕਹਿੰਦੇ ਨੇ, ਇਹ ਧਾਗਾ ਜਿਹੜਾ ਜਨੇਊ ਧਾਗਾ ਕਪਾਹ ਦਾ, ਇਹ ਤਾਨੇ ਪਾਉਣਾ ਹੈ। ਇੱਦਾਂ ਹੀ ਸ੍ਰੀ ਸਾਹਿਬ ਕੜਾ, ਇਹ ਤਾਨੇ ਪਾਉਣਾ ਹੈ। ਤੇ ਮਨ ਦਾ ਅੰਮ੍ਰਿਤ ਕਿਹੜਾ ਹੈ? ਦਇਆ, ਸਤ, ਸੰਤੋਖ। ਇਹ ਖੰਡੇ ਦੀ ਪਹੁ ਲੈ ਕੇ ਸਿੱਖ ਨੇ ਗੁਰਬਾਣੀ ਦਾ ਅੰਮ੍ਰਿਤ ਰੋਜ਼ ਪੀਣਾ, ਤਾਂ ਕਿ ਮੈਂ ਇਹ ਸਤ, ਸੰਤੋਖ, ਦਇਆ, ਇਹ ਆਦਿਕ ਦੈਵੀ ਗੁਣ ਜਿਹੜੇ ਆ, ਇਹਨਾਂ ਨੂੰ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਕੇ ਇਹਨਾਂ ਨੂੰ ਸਾਰਾ ਆਪਣੀ ਜ਼ਿੰਦਗੀ ਬਸਰ ਕਰ ਸਕਾਂ। ਹਜ਼ੂਰ ਕਹਿੰਦੇ ਨੇ, ਧਨ ਸੋ ਮਾਨਸ ਨਾਨਕਾ, ਉਹ ਧਨ ਨੇ ਮਨੁੱਖ ਜੋ ਗਲ ਚੱਲੇ ਪਾਏ। ਫਿਰ ਕਹਿੰਦੇ ਨੇ, ਚੌਂਕੜ ਮੁੱਲ ਅਣਾਇਆ। 4 ਕੌਡੀਆਂ ਦਾ, 4 ਕੌਡੀਆਂ ਉਹਦਾ ਮੁੱਲ ਹੈ। ਬਹਿ ਚੌਂਕੇ ਪਾਇਆ, ਚੌਂਕੇ ਦੇ ਕੋਲ ਆਣ, ਕਿਉਂਕਿ ਪੂਰੀ ਮਰਿਆਦਾ ਨਿਭਾਈ ਜਾਂਦੀ। ਜਦੋਂ ਪਾਇਆ ਜਾਂਦਾ ਹੈ ਨਾ, ਪੂਰਾ ਘਰ ਦੀ ਤਿਆਰੀ ਕੀਤੀ ਜਾਂਦੀ ਹੈ, ਰਿਸ਼ਤੇਦਾਰ ਸੱਦੇ ਜਾਂਦੇ ਨੇ, ਸਾਕ ਸੰਬੰਧੀ ਆਉਂਦੇ ਨੇ, ਲੈਣ ਦੇਣ ਹੁੰਦਾ ਹੈ, ਪੂਰਾ ਤਿਆਰੀ ਦੇ ਨਾਲ। ਚੌਂਕੜ ਮੁੱਲ ਅਣਾਇਆ, 4 ਕੌਡੀਆਂ ਉਹਦੀ ਕੀਮਤ ਹੈ, ਉਹਨੂੰ ਖਰੀਦ ਕੇ ਲਿਆਂਦਾ। ਬਹਿ ਚੌਂਕੇ ਪਾਇਆ, ਚੌਂਕੇ ਦੇ ਕੋਲ ਬੈਠ ਕੇ ਇੱਦਾਂ ਪੂਰੀ ਤਿਆਰੀ ਦੇ ਨਾਲ ਉਹਨੂੰ ਪਾਇਆ ਗਿਆ। ਹੁਣ ਧਿਆਨ ਨਾਲ ਸੁਣਿਓ, ਇੱਕ ਅਸੀਂ ਗੁਰੂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਅਕਸਰ ਇੱਕ ਬਚਨ ਪੜ੍ਹਦੇ ਹਾਂ, ਭਾਵੇਂ ਉਹ ਗੁਰਬਾਣੀ ਨਹੀਂ ਹੈਗਾ, ਉਸ ਗ੍ਰੰਥ ਵਿੱਚੋਂ ਜਿਹਦੇ ਨਾਲ ਸਾਡਾ ਲੈਣਾ ਦੇਣਾ ਹੀ ਕੋਈ ਨਹੀਂ। ਤਿਲਕ ਜੰਜੂ ਰਾਖਾ ਪ੍ਰਵਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਇਹ ਆਮ ਤੁਕਾਂ ਪੜ੍ਹੀਆਂ ਜਾਂਦੀਆਂ ਜਦੋਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਨ ਹੁੰਦਾ ਹੈ। ਇੱਦਾਂ ਪੇਸ਼ ਕੀਤਾ ਜਾਂਦਾ। ਇੱਦਾਂ ਇੱਕ ਗੁਰੂ ਨੇ ਜਨੇਊ ਪਾਇਆ ਨਹੀਂ, ਦੂਜੇ ਗੁਰੂ ਨੇ ਆਖਿਆ ਮੈਂ ਜਨੇਊ ਲੈਣ ਨਹੀਂ ਦੇਣਾ। ਉਹ ਪਿਆਰਿਓ, ਇਹ ਸ਼ਹਾਦਤਾਂ ਧਾਗੇ ਵਾਸਤੇ ਨਹੀਂ ਸੀ ਹੋਈਆਂ। ਏਡੀ ਵੱਡੀ ਕੁਰਬਾਨੀ ਨੂੰ ਇੱਕ ਧਾਗੇ ਤੇ ਲਿਆ ਕੇ ਨਾ ਖੜਾ ਕਰ ਦਿਓ। ਜੇ ਉਸ ਵਕਤ ਤੇ ਉੱਚ ਜਾਤੀਏ ਬ੍ਰਾਹਮਣ ਮੁਸਲਮਾਨਾਂ ਤੇ ਅਤਿਆਚਾਰ ਕਰਦੇ ਹੁੰਦੇ, ਗੁਰੂ ਸਾਹਿਬ ਤਾਂ ਵੀ ਉਹਨਾਂ ਦੇ ਨਾਲ ਖੜਦੇ। ਫਿਰ ਇਸਲਾਮ ਦੇ ਨਾਲ ਗੁਰੂ ਸਾਹਿਬ ਉੱਥੇ ਕਿਉਂ ਪੇਸ਼ ਕੀਤਾ ਜਾ ਰਿਹਾ ਜਿਵੇਂ ਗੁਰੂ ਸਾਹਿਬ ਮੁਸਲਮਾਨਾਂ ਦੇ ਵਿਰੋਧੀ ਨੇ ਤੇ ਸਿਰਫ ਬ੍ਰਾਹਮਣਾਂ ਦੇ ਹੱਕ ਵਿੱਚ ਨੇ? ਫਿਰ ਭਾਈ ਮਰਦਾਨਾ ਜੀ ਨੂੰ ਕਿੱਥੇ ਰੱਖੋਗੇ? ਨਿਹੰਗ ਖਾਂ ਨੂੰ ਕਿੱਥੇ ਰੱਖੋਗੇ? ਗਨੀ ਖਾਨ, ਨਬੀ ਖਾਨ ਨੂੰ ਕਿੱਥੇ ਰੱਖੋਗੇ? ਲੱਗਦਾ ਨਹੀਂ ਸਿੱਖੋ ਤੁਹਾਨੂੰ ਪੰਪ ਦੇ ਦੇ ਕੇ, ਹਵਾ ਛਕਾ ਕੇ ਅਗਲਿਆਂ ਨੇ ਆਪਣੇ ਕੰਮ ਕਢਾਏ ਨੇ। ਕਦੋਂ ਸਿੱਖ ਜਾਗੇਗਾ? ਚਲੋ ਲੀਡਰਾਂ ਦੀ ਤੇ ਮੱਤ ਮਾਰੀ ਗਈ ਸੀ, ਉਹਨਾਂ ਨੂੰ ਤੇ ਕੁਰਸੀਆਂ ਪਿਆਰੀਆਂ ਸੀ। ਥੋੜ੍ਹੇ ਬਹੁਤੇ ਸਾਡੇ ਬੁਲਾਰੇ ਯੂਨੀਵਰਸਿਟੀਆਂ 'ਚ ਪੜ੍ਹਾਉਣ ਵਾਲੇ ਉਹੋ ਹੀ ਸੁਚੇਤ ਰਹਿੰਦੇ, ਸਮਝ ਜਾਂਦੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਅਸੀਂ ਦੱਸ ਪਾਉਂਦੇ ਕਿ ਅਸੀਂ ਕਿਸੇ ਇੱਕ ਫਿਰਕੇ ਦੇ ਹੱਕ ਵਿੱਚ ਨਹੀਂ ਹਾਂ। ਸਾਡੇ ਗੁਰੂ ਨੇ ਇਹ ਨਹੀਂ ਆਖਿਆ ਇੱਥੇ ਜ਼ੁਲਮ ਹੋ ਰਿਹਾ। ਉਹ ਪਿਆਰਿਓ, 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਿਹੜੀਆਂ ਲੜੀਆਂ, ਉਹਨਾਂ ਵਿੱਚੋਂ 13 ਜੰਗਾਂ ਤੇ ਪਹਾੜੀ ਰਾਜਿਆਂ ਨਾਲ ਲੜਨੀਆਂ ਪਈਆਂ। ਤੇ ਪਹਾੜੀ ਰਾਜਿਆਂ ਦਾ ਪ੍ਰੇਮਾ ਪ੍ਰੋਤ ਪੜ੍ਹ ਕੇ ਵੇਖ ਲਓ, ਹਿਸਟਰੀ ਤੁਹਾਡੇ ਸਾਹਮਣੇ ਹੈ। ਗਿਆਨੀ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਪੜ੍ਹੋ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ, ਇਹ ਤੁਹਾਨੂੰ ਸਮਝ ਆ ਜਾਏਗੀ। 13 ਜੰਗਾਂ ਪਹਾੜੀ ਰਾਜਿਆਂ ਨਾਲ। ਪਹਿਲਾ ਯੁੱਧ ਭੰਗਾਣੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਹਨਾਂ ਨਾਲ ਹੋਇਆ ਸੀ? ਉਹ 'ਚ ਔਰੰਗਜ਼ੇਬ ਦੀ ਫੌਜ ਸ਼ਾਮਲ ਸੀ, ਪਹਾੜੀ ਰਾਜਿਆਂ ਦੀ। ਅਨੰਦਪੁਰ ਨੂੰ ਘੇਰਾ ਪਿਆ ਰਿਹਾ, ਚਮਕੌਰ ਸਾਹਿਬ ਦੀ, ਸਿਰਫ ਚਮਕੌਰ ਸਾਹਿਬ ਦੀ ਗੜੀ ਵਾਲਾ ਉਸ ਵਕਤ ਔਰੰਗਜ਼ੇਬ ਦੀ ਫੌਜ ਸ਼ਾਮਲ ਹੁੰਦੀ ਹੈ। 13 ਜੰਗਾਂ ਤੇ ਉਹਨਾਂ ਨਾਲ ਤੇ ਪੇਸ਼ ਇੱਦਾਂ ਕੀਤੇ ਜਾ ਰਿਹਾ ਜਿਵੇਂ ਗੁਰੂ ਸਾਹਿਬ ਸਿਰਫ ਮੁਸਲਮਾਨਾਂ ਦੇ ਉਲਟ ਹੋਣ। ਨਾ, ਇੱਥੇ ਗੱਲ ਮਾਨਵਤਾ ਦੀ ਸੀ। ਜ਼ੁਲਮ ਜੇ ਉਸ ਵਕਤ ਬ੍ਰਾਹਮਣ ਪਰਿਵਾਰ ਉਹਨਾਂ ਤੇ ਮੁਸਲਮਾਨਾਂ ਤੇ ਕਰਦੇ, ਗੁਰੂ ਸਾਹਿਬ ਨੇ ਉੱਥੇ ਖੜਨਾ ਸੀ ਨਾਲ। ਗੱਲ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਧਾਗਾ ਹੈ। ਹੁਣ ਮਹਾਰਾਜ ਜਨੇਊ ਨਾਲ ਸਹਿਮਤ ਥੋੜ੍ਹਾ ਹੈ, ਗੱਲ ਆਜ਼ਾਦੀ ਦੀ ਹੋ ਰਹੀ ਹੈ। ਬਹੁਤ ਵਾਰੀ ਅਸੀਂ ਕਿਸੇ ਦੀਆਂ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ, ਪਰ ਕਹਿੰਦੇ ਨਾ ਭਾਈ ਧੱਕਾ ਨਹੀਂ, ਨਾ 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 ਧੱਕੇ ਨਾਲ ਅਸੀਂ ਸਹਿਮਤ ਨਹੀਂ ਹੈਗੇ, ਅਸੀਂ ਨਹੀਂ ਸਹਿਮਤ ਹੈਗੇ ਉਹਦੀਆਂ ਵਿਚਾਰਾਂ ਨਾਲ। ਸਾਡੇ ਬੁਲਾਰਿਆਂ ਵਿੱਚ ਵੀ ਕਈ ਵਾਰੀ ਐਸਾ ਹੁੰਦਾ, ਵਿਚਾਰ ਧਾਰਕ ਮਤਭੇਦ ਹੁੰਦੇ ਨੇ। ਕਹਿੰਦੇ ਵਿਚਾਰ ਧਾਰਕ ਮਤਭੇਦ ਨੇ, ਪਰ ਆਹ ਨਹੀਂ ਵੀ ਤੁਸੀਂ ਉਹ 'ਤੇ ਧੱਕਾ ਕਰੋਗੇ।
ਨਹੀਂ ਸਾਡੇ ਵਿਚਾਰ ਉਹਦੇ ਨਾਲ ਮਿਲਦੇ, ਵੱਖਰੀ ਗੱਲ ਵਿਚਾਰਾਂ ਦੀ ਭਿੰਨਤਾ ਹੈ, ਉਹ ਅਗਲੇ ਮੰਨਦੇ ਨੇ ਧਾਗਾ ਪਾਉਣ 100 ਵਾਰ ਪਾਉਣ, ਪਰ ਤੁਸੀਂ ਏਡੀ ਵੱਡੀ ਸ਼ਹਾਦਤ ਨੂੰ ਸਿਰਫ ਇੱਕ ਧਾਗੇ ਤੇ ਲਿਆ ਕੇ ਨਾ ਖੜਾ ਕਰ ਦਿਓ ਵੀ ਸਿਰਫ ਇੱਕ ਧਾਗੇ ਨੂੰ ਬਚਾਉਣ ਵਾਸਤੇ ਏਡੀ ਵੱਡੀ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਹੈ। ਜਿਨ੍ਹਾਂ ਨੇ ਇੱਕ ਬੰਨੇ ਅਸੀਂ ਕਹਿੰਦੇ ਧਾਗੇ ਨੂੰ ਬਚਾਉਣ ਲਈ ਕੁਰਬਾਨੀ ਕੀਤੀ ਹੈ, ਜਿਨ੍ਹਾਂ ਦਾ ਧਾਗਾ ਬਚਾਇਆ ਉਹ ਤੁਹਾਨੂੰ ਕਿੱਦਾਂ ਅੱਖਾਂ ਲੈ ਲੈ ਕੇ ਪੈ ਰਹੇ ਨੇ, ਕਿੱਦਾਂ ਤੁਹਾਨੂੰ ਖਾਣ ਨੂੰ ਪੈਂਦੇ ਨੇ, ਕਿੱਦਾਂ ਤੁਹਾਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ, ਅੱਜ ਕਿੱਦਾਂ ਜਲੀਲ ਕਰ ਰਹੇ ਨੇ। ਕਦੋਂ ਸਿੱਖ ਜਾਗੇਗਾ ਜੀ? ਸੁਚੇਤ ਹੋ, ਥੋੜ੍ਹਾ ਜਿਹਾ ਸਮਝੋ ਨੌਜਵਾਨ ਵੀਰੋ, ਹੋਸ਼ ਦੇ ਨਾਲ, ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲਓ। ਅੱਜ ਲੋੜ ਹੈ ਸਾਨੂੰ ਸਮਝਣ ਤੇ ਵਿਚਾਰਨ ਦੀ। ਜਿਸ ਨੀਤੀ ਨਾਲ ਅਗਲਾ ਤੁਰਦਾ ਉਸ ਨੀਤੀ ਨਾਲ ਅਸੀਂ ਦੱਸ ਦਈਏ ਬਾਣੀ ਦੀ ਵਿਚਾਰ ਆ ਹੈ ਭਾਈ, ਗੱਲ ਤੇ ਵਿਚਾਰ ਤਾਰਗਟ ਕਰਾ ਸੀ। ਇੱਕ ਵਾਰ ਜਦੋਂ ਤੁਸੀਂ ਗੁਰਬਾਣੀ ਪੜ੍ਹ ਲਓਗੇ ਤੁਹਾਨੂੰ ਸਮਝ ਆ ਜਾਏਗੀ ਅਗਲੇ ਨੂੰ ਪ੍ਰੋਬਲਮ ਕਿੱਥੇ ਸੀ। ਜਦੋਂ ਭਾਈ ਕਾਨ੍ਹ ਸਿੰਘ ਨਾਭਾ ਜੀ ਵਰਗੇ ਹਮ ਹਿੰਦੂ ਨਹੀਂ ਪੁਸਤਕ ਲਿਖਦੇ ਨੇ, ਉਹਦਾ ਮਤਲਬ ਕੀ ਸੀ? ਉੱਥੇ ਗੱਲ ਸੀ ਤੁਹਾਡੀ ਇਸ ਵਿਚਾਰ ਧਾਰਨਾ ਅਸੀਂ ਸਹਿਮਤ ਨਹੀਂ, ਤੁਸੀਂ ਮੰਨੀ ਜਾਓ, 100 ਵਾਰ ਮੰਨੀ ਜਾਓ। ਪਰ ਦੁੱਖ ਤੇ ਉਦੋਂ ਹੁੰਦਾ ਜਦੋਂ ਸਾਡੀਆਂ ਆਪਣੀਆਂ ਜਥੇਬੰਦੀਆਂ, ਆਪਣੀਆਂ ਸੰਪਰਦਾਵਾਂ, ਡੇਰੇ ਜਿਹੜੇ ਗੁਰੂ ਨੂੰ ਲਵ ਕੁਸ਼ ਦੀ ਔਲਾਦ ਦੱਸਦੇ ਨੇ, ਕਿਤੇ ਲਿਆ ਕੇ ਵਿਪਰਵਾਦ ਦੇ ਖਾਰੇ ਸਾਗਰ 'ਚ ਸੁੱਟ ਰਹੇ ਨੇ। ਉਹਨਾਂ ਦੀਆਂ ਕਿਤਾਬਾਂ 'ਚ ਲਿਖੀਆਂ ਹੋਈਆਂ, ਗੁਰਬਾਣੀ ਪਾਠ ਦਰਪਣ ਪੜ੍ਹ ਕੇ ਵੇਖ ਲਓ, ਲਿਆ ਕੇ ਉੱਥੇ ਖੜਾ ਕਰਤਾ, ਬੇਦੀਆਂ ਦੀ ਕੁਲ ਲਿਆ ਕੇ ਉੱਥੇ ਖੜਾ ਕਰਤਾ। ਕਿੱਥੇ ਲਿਆ ਕੇ? ਜਿਸ ਵਿਪਰਵਾਦ 'ਚੋਂ ਇੱਕ ਬੰਨੇ ਭਗਤ ਕਬੀਰ ਜੀ ਇਹ ਸ਼ਬਦ ਵਰਦੇ ਨੇ, ਉਲਟ ਜਾਤ ਕੁਲ ਦੋ ਵਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾ ਛਾੜੇ ਦੋ। बुन बुन आप पहराऊं, जे नहीं आप ते होए गाऊं, पंडित मुल्ला जो लिख दिया, छाड़ चले हम कछू ना लिया। किथे लिया खड़ा करता? अज पंडित मुल्ला तो बिना असीं तुरदे नहीं। कर्मकांडी जीवन जीव रहे हैं। सिखो जागो, सुचेत हो। फिर गल समझ लेना असीं किसी जात नस्ल दे विरोधी नहीं हाँ, गल विचारधारक है। इदां पेश किया जा रहा, एक ने कहा जिन्हें पाउणा नहीं, दूजे ने कहा मैं लैण नहीं देना। ਇਹਦਾ ਮਤਲਬ ਗੁਰੂ ਸਾਹਿਬ ਆਪਸ ਵਿੱਚ ਆਪਾ ਵਿਰੋਧੀ ਨੇ। ਗੱਲ ਉੱਥੇ ਧਾਗੇ ਦੀ ਹੈ ਹੀ ਨਹੀਂ ਆ ਜਿਹੜੀ ਲਿਆ ਕੇ ਪੇਸ਼ ਕੀਤੀ ਜਾ ਰਹੀ ਹੈ। ਕਸ਼ਮੀਰੀ ਬ੍ਰਾਹਮਣ ਆਉਣ ਤੋਂ ਪਹਿਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹ 2 ਵਾਰ ਗ੍ਰਿਫਤਾਰ ਕਰ ਚੁੱਕੇ ਨੇ, 2 ਵਾਰ। ਉਦੋਂ ਕਾਹਦੀ ਪ੍ਰੋਬਲਮ ਸੀ? ਅਗਲਿਆਂ ਨੂੰ ਵੱਧ ਰਹੀ ਪ੍ਰਭਤਾ, ਆਮ ਮਨੁੱਖਤਾ ਦੇ ਹੱਕ ਵਿੱਚ ਗੁਰੂ ਸਾਹਿਬ ਦਾ ਖਲੋਣਾ ਸਮੇਂ ਦੀਆਂ ਸਰਕਾਰਾਂ ਨੂੰ ਬਰਦਾਸ਼ਤ। ਅੱਜ ਵੀ ਤੁਸੀਂ ਵੇਖੋ, ਜਿਹੜਾ ਵੀ ਬੰਦਾ ਆਮ ਵਰਗ ਦੇ ਜਾ ਕੇ ਬਰਾਬਰ ਖੜਨ ਦੀ ਕੋਸ਼ਿਸ਼ ਕਰਦਾ, ਜਿਹੜਾ ਲੋਕ ਭਲਾਈ ਦੇ ਕੰਮ ਕਰਦਾ, ਸਮਾਜ ਵਿੱਚ ਐਨ ਆਮ ਬੰਦਿਆਂ ਦੇ ਬਰਾਬਰ ਖੜਦਾ, ਲੀਡਰਾਂ ਨੂੰ ਪਿੱਟ ਸਿਆਪਾ ਨਹੀਂ ਪੈਂਦਾ ਵੀ ਅਗਲੇ ਕਹਿੰਦੇ ਨੇ ਤੁਹਾਨੂੰ ਅਸੀਂ ਲੀਡਰ ਚੁਣਿਆ, ਤੁਸੀਂ ਏਸੀ ਰੂਮਾਂ 'ਚੋਂ ਨਹੀਂ ਨਿਕਲਦੇ। ਆਹ ਬੰਦਾ ਬਿਲਕੁਲ ਗਰਾਊਂਡ ਪੱਧਰ 'ਤੇ ਜਾ ਕੇ ਸਾਡੇ ਨਾਲ ਖਲੋਤਾ ਹੋਇਆ, ਕਹਿੰਦੇ ਇਹਨੂੰ ਪਰਾਂ ਕਰੋ, ਮਨਫੀ ਕਰੋ, ਆਪਣੀ ਟੀਮ ਖੜੀ ਕਰ ਦਿਓ ਵਿੱਚ। ਅਗਲੇ ਇੱਦਾਂ ਸੁੱਟਦੇ ਨੇ, ਇੱਦਾਂ ਠਿੱਬੀਆਂ ਲਾ ਲਾ ਕੇ ਡੇਗਣ ਦੀ ਕੋਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਵੇਲੇ ਵੀ ਇੰਝ ਹੋਇਆ, ਅੱਜ ਵੀ ਹੋਇਆ। ਸਾਰੇ ਲੋਕ ਸੇਵਾ ਕਰਨ ਵਾਲੇ ਸਿਆਸਤ ਨਹੀਂ ਕਰਦੇ। ਸਿਆਸਤਾਂ ਕਰਨ ਵਾਲੇ ਉਂਗਲਾਂ ਤੇ ਗਿਣਨ ਵਾਲੇ ਹੁੰਦੇ ਨੇ, ਚੰਗੇ ਉਹਦੇ ਵਿੱਚ ਆਪੇ ਲਪੇਟੇ ਜਾਂਦੇ ਨੇ ਵਿਚਾਰੇ। ਉਹਨਾਂ ਨੂੰ ਫਿਰ ਮੁੜ ਕੇ ਸਪਸ਼ਟੀਕਰਨ ਦੇਣੇ ਪੈਂਦੇ ਨੇ। ਤੋ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਇੱਥੇ ਸ਼ਬਦ ਵਰਤਿਆ ਚੌਂਕੜ ਮੁੱਲ ਅਣਾਇਆ। ਹੁਣ ਇੱਥੇ ਲਿਖਿਆ 4 ਕੌਡੀ ਚੌਂਕੜ ਮੁੱਲ ਅਣਾਇਆ, ਵੀ 4 ਕੌਡੀਆਂ ਜਿਹਦੀ ਕੀਮਤ ਹੈ। ਹੁਣ ਆਪੇ 4 ਕੌਡੀਆਂ ਜਿਹਦੀ ਕੀਮਤ ਹੋਵੇ, 4 ਕੌਡੀਆਂ ਦਾ ਜਿਹੜਾ ਧਾਗਾ ਵਟਿਆ ਹੋਵੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਇੱਕ ਜਨੇਊਲੀ ਹੋਵੇ, ਇਹਦਾ ਮਤਲਬ ਗੁਰੂ ਸਾਹਿਬ ਦੀ ਸ਼ਹਾਦਤ 4 ਕੌਡੀਆਂ ਦੀ ਹੈ। 2 ਮਿੰਟ ਸੋਚ ਕੇ ਵੇਖਿਓ। ਪ੍ਰਬੰਧਕ ਕਮੇਟੀਆਂ ਵੀ ਸੋਚਣ, ਪ੍ਰਚਾਰਕ, ਬੁਲਾਰੇ, ਰਾਗੀ ਸਭ ਸੋਚ ਕੇ ਵੇਖਿਓ ਇੱਕ ਵਾਰ। ਗੱਲ ਉੱਥੇ ਆਜ਼ਾਦੀ ਦੀ ਸੀ, ਆਜ਼ਾਦੀ ਦੀ ਸੀ। ਜਿਹੜੇ ਗਨੀ ਖਾਂ, ਨਬੀ ਖਾਂ ਹੋਣੀ ਬਾਅਦ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੁਰਦੇ, ਜਿਹਨਾਂ ਨੂੰ ਇਹ ਪਤਾ ਹੁੰਦਾ ਵੀ ਗੁਰੂ ਸਾਹਿਬ ਸਾਡੇ ਵਿਰੁੱਧ ਨੇ, ਉਹ ਨਾਲ ਤੁਰਦੇ। ਨਿਹੰਗ ਖਾਂ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰ ਪਾ ਕੇ ਕਹਿੰਦਾ ਹੈ। ਭਾਈ ਬਚਿੱਤਰ ਸਿੰਘ ਜ਼ਖਮੀ ਜਦੋਂ ਨਿਹੰਗ ਖਾਂ ਦੇ ਘਰ ਪਹੁੰਚਦਾ ਹੈ ਤੇ ਭਾਈ ਬਚਿੱਤਰ ਸਿੰਘ ਜਦੋਂ ਪਿੱਛੋਂ ਫੌਜ ਚੜ੍ਹ ਕੇ ਆਉਂਦੀ ਹੈ ਤੇ ਨਿਹੰਗ ਖਾਂ ਇੱਕ ਰੂਮ ਦੇ ਵਿੱਚ ਉਹਦੀ ਆਪਣੀ ਕੁਆਰੀ ਬੇਟੀ ਤੇ ਭਾਈ ਬਚਿੱਤਰ ਸਿੰਘ ਉਹਦੀ ਸੇਵਾ ਸੰਭਾਲ 'ਚ ਲੱਗੀ ਹੋਈ ਹੈ। ਉਹ ਆਣ ਕੇ ਪੁੱਛਦੇ ਕੋਣ, ਕਹਿੰਦਾ ਮੇਰਾ ਧੀ ਜਵਾਈ ਪਏ ਨੇ ਜੀ, ਮੇਰਾ ਧੀ ਜਵਾਈ ਪਏ ਨੇ। ਕਿੱਡਾ ਜਿਗਰਾ ਹੋਏਗਾ ਉਸ ਨਿਹੰਗ ਖਾਂ ਦਾ। ਇੱਕ ਧੀ ਵਾਲਾ ਜਿਹਦੀ ਧੀ ਆਪਣੀ ਉਹ ਬਾਪ ਹੀ ਜਾਣਦਾ ਹੈ। ਉਹਨੇ ਕਿਹਾ ਜੀ ਮੇਰਾ ਧੀ ਜਵਾਈ ਪਏ ਨੇ। ਅਗਲੇ ਚਲੇ ਗਏ ਅੱਗੇ। ਭਾਈ ਬਚਿੱਤਰ ਸਿੰਘ ਅਗਲੇ ਦਿਨ ਉਹ ਚੜ੍ਹਾਈ ਕਰ ਜਾਂਦੇ ਨੇ। ਨਿਹੰਗ ਖਾਂ ਦੀ ਉਸ ਬੇਟੀ ਨੇ ਮੁੜ ਕੇ ਦੁਬਾਰਾ ਵਿਆਹ ਨਹੀਂ ਕਰਾਇਆ। ਕਹਿੰਦੀ ਪਿਤਾ ਜੀ ਕੱਲ੍ਹ ਆਪੇ ਤੁਸੀਂ ਕਹਿਤਾ ਸੀ। ਉਹ ਭਾਈ ਬਚਿੱਤਰ ਸਿੰਘ ਦੀ
ਪਤਨੀ ਬਣ ਕੇ ਆਪਣਾ ਸਾਰਾ ਜੀਵਨ ਗੁਜ਼ਾਰਿਆ ਉਸ ਬੀਬੀ ਨੇ। ਐਡੇ ਉੱਚੇ ਕਿਰਦਾਰ ਦੇ ਮਾਲਕ ਹੋਣ ਉਹ ਸਾਡੇ ਭਰਾ, ਤੇ ਅਸੀਂ ਇਹ ਕਹੀਏ ਸਿਰਫ ਇਹਨਾਂ ਦੇ ਵਿਰੁੱਧ ਸੀ ਜੀ, ਇਹਨਾਂ ਦੇ ਵਿਰੁੱਧ ਸੀ। ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ, ਜਿਹੜੇ ਅਸੀਂ ਕਹਿੰਦੇ ਅਸੀਂ ਸਮਾਜ ਵਿੱਚ ਭਰਾਵਾਂ ਤਰ੍ਹਾਂ ਰਹਿਣਾ ਚਾਹੁੰਦੇ, ਜਿਨ੍ਹਾਂ ਨੂੰ ਰੱਖੜੀ ਤਿਉਹਾਰ ਤੇ ਆਪਣਾ ਲੱਗਦਾ, ਫਿਰ ਜੇ ਅਸੀਂ ਸਮਾਜ ਵਿੱਚ ਸਾਰਿਆਂ ਨਾਲ ਪਿਆਰ ਇੱਕੋ ਜਿਹਾ ਕਰਦੇ ਹਾਂ, ਨਮਾਜ਼ ਵੀ ਪੜ੍ਹੋ ਉਹਨਾਂ ਦੇ ਨਾਲ ਜਾ ਕੇ, ਫਿਰ ਉਹ ਵੀ ਤਾਂ ਤੁਹਾਡੇ ਭਰਾ ਹੀ ਨੇ, ਉਹਨਾਂ ਦੇ ਨਾਲ ਵੀ ਬੈਠ ਕੇ ਸਾਂਝ ਕਰੋ, ਦੋਸਤੀ ਕਰੋ, ਹਰਜ ਕੀ ਹੈ ਜੇ ਇਹ ਗੱਲ ਹੈ ਤੇ। ਪਰ ਨਹੀਂ, ਕਿਤੇ ਨਾ ਕਿਤੇ ਸਾਡੇ ਦਿਮਾਗ 'ਚ ਅਗਲਿਆਂ ਕੀੜਾ ਬਿਠਾਇਆ, ਕਿਤੇ ਨਾ ਕਿਤੇ ਅਗਲੇ ਸਾਨੂੰ ਵਰਤ ਰਹੇ ਨੇ, ਅਸੀਂ ਵਰਤੇ ਜਾ ਰਹੇ ਹਾਂ। ਅੱਜ ਜਿੰਨੇ ਡੇਰੇ ਨੇ ਕਿਹਨਾਂ ਦੀ ਪੈਰਵਾਈ ਕਰ ਰਹੇ ਨੇ, ਕਿਹਨਾਂ ਨਾਲ ਸਾਡੇ ਲੱਛਣ ਰਲਦੇ ਨੇ, ਪੂਜਾ ਕਰਨ ਦੇ ਤਰੀਕੇ, ਥਾਲ ਘਮਾਉਣੇ, ਆਰਤੀਆਂ ਕਰਨੀਆਂ, ਬੱਕਰਿਆਂ ਦੀਆਂ ਬਲੀਆਂ ਦੇਣੀਆਂ, ਜੋਤਾਂ ਜਗਾਉਣੀਆਂ, ਟੱਲੀਆਂ ਖੜਕਾਉਣੀਆਂ, ਲੱਛਣ ਕਿਹਨਾਂ ਨਾਲ ਰਲਦੇ ਨੇ, ਸੋਚ ਕੇ ਵੇਖਿਓ ਤੁਸੀਂ। RSS ਦੇ ਆਗੂਆਂ ਨਾਲ ਜੱਫੀਆਂ ਕੌਣ ਪਾਉਂਦੇ ਨੇ, ਸੋਚ ਕੇ ਵੇਖਿਓ। ਖੈਰ, ਜਿਹੜੀ ਮੈਂ ਬੇਨਤੀ ਕਰਦਾ, ਚੌਂਕੜ ਮੁੱਲ ਅਣਾਇਆ, 4 ਕੌਡੀਆਂ ਉਹਦੀ ਕੀਮਤ, ਬਹਿ ਚੌਂਕੇ ਪਾਇਆ, ਚੌਂਕੇ ਵਿੱਚ ਬੈਠ ਕੇ ਤਾਂ ਪਾਤਾ, ਤੇ ਕੀ ਕੀਤਾ, ਸਿੱਖਾ, ਇਹਨੂੰ ਸਿੱਖਾ ਪੜ੍ਹਨਾ, ਸਿੱਖਾ ਕੰਨ ਚੜਾਈਆ, ਸਿੱਖਿਆ ਚਾੜ ਦਿੱਤੀ ਕੰਨ ਵਿੱਚ, ਜਨੇਊ ਪਾ ਕੇ, ਕੀ ਗੁਰ ਬ੍ਰਾਹਮਣ ਥਿਆ, ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੋ ਗਿਆ, ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੋ ਗਿਆ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪਚਮੂਆ, ਚਾਰੋਂ ਬੇਦੋਂ ਮਾਹੇ। ਇਹ ਭਗਤਾਂ ਦਾ ਗੁਰੂ ਨਹੀਂ, ਉਸ ਜਿਹੜਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਸੱਚ ਦੇ ਰਸਤੇ ਤੁਰਨ ਵਾਲਾ, ਉਹਦਾ ਗੁਰੂ ਨਹੀਂ ਹੋ ਸਕਦਾ। ਹੋ ਸਕਦਾ ਜਗਤ ਦਾ ਗੁਰੂ। ਹੁਣ ਆਪਾਂ ਕੀ ਚਾਹੁੰਦੇ, ਸੋਚ ਕੇ ਵੇਖਿਓ। ਅਰਜ ਉਰਜ ਕੇ, ਫਸ ਫੁਸ ਕੇ ਸੂਤੇ ਥਾਂ ਤੇ, ਚਾਰੋਂ ਬੇਦੋਂ ਮਾਹੇ, ਇਹਨਾਂ ਦੀਆਂ ਕਰਮ ਕਾਂਡਾਂ 'ਚ ਫਸ ਕੇ ਉਲਝ ਗਿਆ, ਅਸੀਂ ਉਹਨੂੰ ਆਪਣਾ ਗੁਰੂ ਕਿਉਂ ਮੰਨੀਏ। ਚੌਂਕੜ ਮੁੱਲ ਅਨਾਇਆ, ਬਹਿ ਚੌਂਕੇ ਪਾਇਆ, ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥੀਆ। ਕਹਿੰਦੇ ਉਹ ਮੂਆ, ਇਨਸਾਨ ਮਰ ਗਿਆ, ਚੜ੍ਹਾਈ ਕਰ ਗਿਆ, ਉਹ ਮੂਆ, ਉਹ ਝੜ ਪਿਆ, ਉਹ ਧਾਗਾ ਝੜ ਗਿਆ, ਵੇ ਤੱਗਾ ਗਿਆ। ਆ ਵੇਖ ਬਿਪਰ, ਅੜਾ ਤੂੰ ਧਾਗਾ ਪਾਇਆ ਸੀ, ਬੰਦਾ ਵੇ ਤੱਗਾ ਗਿਆ। ਹੁਣ ਗੱਲ ਇੱਥੇ ਬੰਦੇ ਦੇ ਚੜ੍ਹਾਈ ਕਰਨ ਤੋਂ ਬਾਅਦ ਦੀ ਨਹੀਂ ਹੋ ਰਹੀ, ਗੱਲ ਹੋ ਰਹੀ ਹੈ ਬੰਦਿਆ ਵੇਖ, ਆ ਧਾਗਾ ਜਿਹੜਾ ਤੇਰੇ ਗਲ ਪਾ ਕੇ ਇਹ ਕਿਹਾ ਜਾ ਰਿਹਾ ਅੱਜ ਤੋਂ ਗੁਰੂ ਤੇਰਾ ਬ੍ਰਾਹਮਣ ਹੈ, ਧਾਗਾ ਤੇ ਤੇਰੇ ਨਾਲ ਤੁਰਿਆ ਹੀ ਨਾ। ਉਹ ਇੱਕੋ ਹੀ ਧਾਗਾ ਹੈ ਜਿਹੜਾ ਤੇਰੇ ਨਾਲ ਤੁਰੇਗਾ, ਉਹ ਹੈ ਦਇਆ ਦਾ, ਸੰਤੋਖ ਦਾ, ਜਤ ਦਾ, ਸਤ ਦਾ। ਮਾਫ ਕਰਨਾ, ਜੇ ਇਹ ਧਾਗਾ ਸੜ ਜਾਣਾ ਤਾਂ ਸਾਡੇ ਕਕਾਰ ਵੀ ਹੈ। ਪਰ ਮੇਰੀ ਬੇਨਤੀ ਹੈ, ਜਿੱਥੇ ਅਸੀਂ ਕਕਾਰ ਪਾਏ ਨੇ, ਜਿੱਥੇ ਅਸੀਂ ਤਨ ਨੂੰ ਖੰਡੇ ਦੀ ਪੌਲ ਛਕਾਈ ਹੈ, ਉੱਥੇ ਮਨ ਨੂੰ ਗੁਰਬਾਣੀ ਦਾ ਅੰਮ੍ਰਿਤ ਵੀ ਪਿਆਈਏ। ਤੇ ਸਾਰੇ ਮਾਫ ਕਰਨਾ, 4 ਬੰਦਿਆਂ ਨੂੰ ਤੁਸੀਂ ਖੰਡੇ ਦੀ ਪੌਲ ਲੈਣ ਵਾਲਿਆਂ ਨੂੰ ਕਰਮ ਕਾਂਡ ਕਰਦੇ ਵੇਖੋ, ਸਾਰਿਆਂ ਨੂੰ ਇੱਕੇ ਰਸੇ ਨਹੀਂ ਬਣ ਸਕਦੇ। ਚੰਗੇ ਵੀ ਹੈਗੇ ਨੇ, ਦੋਵੇਂ ਹੁੰਦੇ, ਦੋਵੇਂ ਕਿਸਮ ਦੇ ਲੋਕ। ਜਿਵੇਂ ਹਰ ਮਹਿਕਮੇ ਚੰਗੇ ਮਾੜੇ ਹੁੰਦੇ ਨੇ, ਇੱਦਾਂ ਹੀ ਜਦੋਂ ਅਸੀਂ ਪੈਸੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਬੱਚੇ ਨੂੰ ਉਤਸ਼ਾਹਿਤ ਕਰਨਾ ਹੋਵੇ, ਅਸੀਂ ਹਮੇਸ਼ਾ ਸਫਲ ਬੰਦਿਆਂ ਦਾ ਨਾਮ ਲੈਂਦੇ ਹਾਂ। ਤੁਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੋਵੇ, ਤੁਸੀਂ ਆਪਣੇ ਬੱਚੇ ਨੂੰ ਇੰਜੀਨੀਅਰ ਬਣਾਉਣਾ ਹੋਵੇ, ਸਕੂਲ ਜਦੋਂ ਐਡਮਿਸ਼ਨ ਲਾਉਣੀ ਹੋਵੇ, ਸਕੂਲ ਵੀ ਜਿਹੜੇ ਟੌਪ ਆਉਂਦੇ ਬੱਚੇ ਆ, ਉਹਨਾਂ ਦੀਆਂ ਫੋਟੋਆਂ ਸਕੂਲ ਦੇ ਬਾਹਰ ਲਾਉਂਦੇ ਤਾਂ ਕਿ ਬੱਚਿਆਂ 'ਚ ਉਤਸ਼ਾਹ ਬਣੇ। ਆ ਵੇਖੋ ਸਾਡੇ ਸਕੂਲ ਦਾ ਬੱਚਾ ਪੰਜਾਬ 'ਚੋਂ ਟੌਪ ਆਇਆ ਹੈ। ਉਹ ਜਿਹੜੇ ਫੇਲ ਹੋਏ ਹੁੰਦੇ ਨੇ ਉਹਨਾਂ ਦਾ ਤਾਂ ਨਾਮ ਹੀ ਨਸ਼ਰ ਨਹੀਂ ਕਰਦੇ। ਜਿਨ੍ਹਾਂ ਦੇ ਆਪਰੇਸ਼ਨ ਕਰਦਿਆਂ ਜਿਨ੍ਹਾਂ ਦੀ ਡੈਥ ਹੋਈ ਹੁੰਦੀ ਹੈ, ਡਾਕਟਰ ਤਾਂ ਆਮ ਮਰੀਜ਼ਾਂ ਨੂੰ ਦੱਸਣ ਦੀ ਕੋਸ਼ਿਸ਼ ਵੀ ਨਹੀਂ ਕਰਦਾ, ਪਰ ਜਿਹੜੇ ਸਫਲ ਹੋਏ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਇੱਦਾਂ ਵਿਖਾਉਂਦਾ ਹੈ। ਇੱਦਾਂ ਹੀ ਜਿਹੜੇ ਵੀਜ਼ਾ ਲਵਾਉਂਦੇ ਨੇ, ਜਿਹੜੇ ਵੀਜ਼ੇ ਲੱਗੇ ਹੁੰਦੇ, ਉਹ ਫੈਮਿਲੀ ਵਾਲਿਆਂ ਕੋਲ ਵੀਡੀਓ ਬਣਾ ਕੇ ਪਾਉਂਦੇ ਨੇ, ਵੇਖੋ ਜੀ ਸਾਡੇ ਇਸ ਟਰੈਵਲ ਏਜੰਟ ਨੇ ਸਾਡੀ ਇਹਨਾਂ ਦਿਨਾਂ 'ਚ ਵੀਜ਼ਾ ਲਵਾਤਾ, ਪਰ ਕਿੰਨਿਆਂ ਦੇ ਰਿਫਿਊਜ਼ ਹੋਏ। ਉਹਨਾਂ ਦੀ ਵੀਡੀਓ ਬਣਾ ਕੇ ਕਿਉਂ ਨਹੀਂ ਪਾਉਂਦੇ? ਪਤਾ ਵੀ ਮਨੋਬਲ ਡਿੱਗਣਾ ਲੋਕਾਂ ਦਾ। ਇਹਦਾ ਅਰਥ ਅਸੀਂ ਕਾਮਯਾਬੀ ਦੇ ਨਾਲ ਜੁੜਨਾ ਚਾਹੁੰਦੇ ਹਾਂ, ਪਰ ਜਦੋਂ ਖੰਡੇ ਦੀ ਪੌਲ ਤੇ ਬਾਣੀ ਪੜ੍ਹਨ ਦੀ ਗੱਲ ਆਉਂਦੀ ਆ, ਹਮੇਸ਼ਾ ਅਸੀਂ ਉਹਨਾਂ ਦਾ ਨਾਮ ਲੈਂਦੇ ਹਾਂ ਜਿਹੜੇ ਫੇਲ ਹੋ ਚੁੱਕੇ ਹੁੰਦੇ ਨੇ। ਕਿਉਂ? ਕਿਉਂਕਿ ਅਸੀਂ ਆਪਣੀ ਨਲਾਇਕੀ ਨੂੰ ਛੁਪਾਉਣਾ ਚਾਹੁੰਦੇ ਹਾਂ। ਜਿਵੇਂ ਕਿਸੇ ਬੱਚੇ ਨੇ ਆਪਣੇ ਮਾਂ-ਬਾਪ ਦੀ ਗੱਲ ਨਾ ਮੰਨਣੀ ਹੋਵੇ, ਮਾਂ-ਬਾਪ ਨਾਲ ਰਹਿਣਾ ਨਾ ਹੋਵੇ, ਉਹ ਕੀ ਉਹਨਾਂ ਦੋਸਤਾਂ ਦਾ ਨਾਂ ਲਵੇਗਾ ਜਿਹੜੇ ਆਪਣੇ ਮਾਂ-ਬਾਪ ਤੋਂ ਤੰਗ ਪਰੇਸ਼ਾਨ ਹੋ ਕੇ ਵੱਖਰੇ ਹੋਏ ਨੇ। ਉਹਨਾਂ ਦਾ ਕਦੀ ਨਾਂ ਨਹੀਂ ਲਏਗਾ ਜਿਹੜੇ ਆਪਣੇ ਮਾਂ-ਬਾਪ ਦੀ ਸਾਂਝ ਜੀਂਦੇ ਨੇ, ਜਿਹੜੇ ਆਪਣੇ ਪਿਤਾ ਦਾ, ਆਪਣੀ ਮਾਂ ਦਾ, ਆਪਣੇ ਭੈਣ ਭਰਾਵਾਂ ਦਾ ਅਦਬ ਤੇ ਸਤਿਕਾਰ ਕਰਦੇ ਨੇ। ਇਨਸਾਨ ਆਪਣੀ ਸੋਚ ਬਦਲ, ਹਮੇਸ਼ਾ ਚੜ੍ਹਦੇ ਬੰਨੇ ਨੂੰ ਲੈ ਕੇ ਜਾ। ਨੈਗੇਟਿਵ ਵਿਚਾਰਾਂ ਆਪਣੀ ਜ਼ਿੰਦਗੀ 'ਚੋਂ ਪਾਸੇ ਕਰਤੇ, ਪੋਜ਼ਿਟਿਵ ਵਿਚਾਰ ਲੈ ਕੇ ਆਏਗਾ, ਤੇਰੀ ਜ਼ਿੰਦਗੀ ਵਧੀਆ ਬਣੇਗੀ। ਸੋਚ ਵਧੀਆ ਲੈ ਕੇ ਆ ਤਾਂ ਕਿ ਜ਼ਿੰਦਗੀ ਖੂਬਸੂਰਤ ਬਣ ਸਕੇ। ਅੱਜ ਦੇ ਸ਼ਲੋਕ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਬਾਕਮਾਲ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹ ਤਾਂ ਪਾਤਰ ਨੇ,
ਜਦੋਂ ਗੁਰਦੇਵ ਜੀ ਜੋਗੀ ਨਾਲ ਗੱਲ ਕਰਦੇ ਉੱਥੇ ਮੁੰਦਾ ਸੰਤੋਖ ਸ਼ਬਦ ਵਰਤਦੇ ਨੇ, ਕਿਉਂਕਿ ਜੋਗੀ ਨੂੰ ਮੁੰਦਰਾਂ ਦੀ ਸਮਝ ਉੱਥੇ ਸੰਤੋਖ ਸ਼ਬਦ ਵਰਤ ਦਿੱਤਾ। ਜਦੋਂ ਕਿਰਸਾਨ ਨਾਲ ਗੱਲ ਕਰਦੇ ਨੇ ਉਦੋਂ ਸੰਤੋਖ ਸੁਹਾਗਾ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉੱਥੇ ਇੱਦਾਂ ਸ਼ਬਦ ਵਰਤ ਦਿੱਤਾ, ਕਿਉਂਕਿ ਜਿਸ ਖਿੱਤੇ ਵਿੱਚ ਜਿਸ ਕੰਮ ਨਾਲ ਬੰਦੇ ਦਾ ਸੰਬੰਧ ਹੋਵੇ ਉਹ ਉਦਾਹਰਨ ਦੀ ਹੈ ਅਤੇ ਬੰਦੇ ਨੂੰ ਸੌਖਿਆਂ ਸਮਝ ਆਉਂਦੀ ਹੈ। ਇੱਦਾਂ ਹੀ ਪਾਤਸ਼ਾਹ ਜੀ ਨੇ ਇਸ ਸ਼ਲੋਕ ਦੇ ਨਾਲ, 4 ਸ਼ਲੋਕ ਨੇ, ਇਹਦੇ ਨਾਲ ਜਿਹੜੀ ਪੌੜੀ ਆਈ ਹੈ, ਸਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਏ ਕਾਰ ਕਰਾਏ ਸੀ। ਆਪਾਂ ਕੱਲ੍ਹ ਵਿਚਾਰ ਕਰ ਚੁੱਕੇ ਹਾਂ। ਤਾਂ ਦਰਗਾਹ ਪੈਦਾ ਜਾਏ ਸੀ, ਉਹ ਦਰਗਾਹ ਜਦੋਂ ਮਨੁੱਖ ਦੀ ਸੁਰਤ ਸੱਚ ਨਾਲ ਜੁੜਦੀ ਹੈ, ਸੱਚ ਵਿੱਚ ਇੱਕਮਿਕ ਹੋ ਜਾਂਦਾ ਹੈ। ਖਸਮੇ ਭਾਵੈ ਸੋ ਕਰੇ, ਮਨੋਂ ਚਿੰਦਿਆ ਸੋ ਫਲ ਪਾਏ ਸੀ। ਖਸਮ ਨੂੰ ਭਾਉਣ ਵਾਲੇ ਕੰਮ ਕੀਤੇ ਜਾਣ ਅਤੇ ਜ਼ਿੰਦਗੀ ਵਧੀਆ ਬਣਦੀ ਹੈ। ਆਓ ਸੱਚ ਨਾਲ ਜੁੜੀਏ ਅਤੇ ਆਹ ਜਿਹੜਾ ਜਨੇਊ ਸਤਿਗੁਰਾਂ ਨੇ ਦੱਸਿਆ, ਦਇਆ, ਸੰਤੋਖ, ਜਤ, ਸਤ, ਇਹ ਆਪਣੀ ਜ਼ਿੰਦਗੀ 'ਚ ਲਿਆ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਇਹਦੇ ਨਾਲ ਜਿਹੜੇ ਬਾਕੀ 3 ਸ਼ਲੋਕ ਆਏ ਨੇ, ਆਪਾਂ ਇੱਦਾਂ ਲੜੀਵਾਰ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਦੇ ਜਾਵਾਂਗੇ, ਸਮਝਾਂਗੇ ਪਾਤਸ਼ਾਹ ਨੇ ਕਿੰਨੀਆਂ ਸੋਹਣੀਆਂ ਵਿਚਾਰਾਂ ਬਖਸ਼ਿਸ਼ ਕਰਕੇ ਸਾਡੀ ਜ਼ਿੰਦਗੀ ਦੀ ਅਗਵਾਈ ਕੀਤੀ ਹੈ। ਆਪ ਬਾਣੀ ਪੜ੍ਹੋ, ਆਪ ਸਮਝੋ, ਆਪ ਵਿਚਾਰੋ, ਤਾਂ ਕਿ ਸਾਡੀ ਜ਼ਿੰਦਗੀ ਵਧੀਆ ਬਣ ਸਕੇ। ਅੱਜ ਆਪਾਂ 15 ਨੰਬਰ ਪੌੜੀ ਦੇ ਨਾਲ ਜਿਹੜੇ 4 ਸ਼ਲੋਕ ਆਏ ਨੇ, ਉਹਨਾਂ ਵਿੱਚੋਂ ਪਹਿਲੇ ਸ਼ਲੋਕ ਦੀ ਵਿਚਾਰ ਬੜੇ ਪਿਆਰ ਨਾਲ ਸਾਂਝੀ ਕੀਤੀ ਹੈ। ਸਾਧ ਸੰਗਤ, ਉਮੀਦ ਹੈ ਆਪ ਜੀ ਨੂੰ ਸਮਝ ਆਈ ਹੋਏਗੀ। ਆਪ ਜੀ ਨੇ ਕੋਈ ਸੁਝਾਅ ਦੇਣਾ ਹੋਵੇ ਤੇ ਜਿਹੜੇ ਸਾਡੇ ਨੰਬਰ ਸਕਰੀਨ ਤੇ ਵੀਰਾਂ ਦੇ ਚੱਲ ਰਹੇ ਨੇ, ਸਾਡੀ ਟੀਮ ਦੇ, ਆਪ ਜੀ ਸਾਡੀ ਟੀਮ ਦੇ ਇਹਨਾਂ ਵੀਰਾਂ ਦੇ ਨਾਲ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਹੋ, ਸਾਂਝੇ ਕਰ ਸਕਦੇ ਹੋ। ਕੋਈ ਸੁਝਾਅ ਦੇਣਾ ਹੋਵੇ ਤੁਸੀਂ ਇਹਨਾਂ ਨੰਬਰਾਂ ਉੱਤੇ ਆਪਣਾ ਦੇ ਸਕਦੇ ਹੋ, ਤਾਂ ਕਿ ਰਲ ਮਿਲ ਕੇ ਆਪਾਂ ਇਹ ਗੁਰੂ ਸ਼ਬਦ ਦੀ ਵਿਚਾਰ ਦੀ ਸੇਵਾ ਕਰ ਸਕੀਏ, ਬਾਣੀ ਸਮਝ ਸਕੀਏ। ਸਾਰਿਆਂ ਦਾ ਧੰਨਵਾਦ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।